ਹੈਲੋ एवरीवन ਗਿਲਸ ਮੈਂਟੋਰ ਈ-ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਆਪਾਂ PSSB ਕਲਰਕ ਅਕਾਊਂਟੈਂਟ ਦੀ ਕਲਾਸਿਸ ਆਪਾਂ ਨੇ ਕੰਟੀਨਿਊ ਕਰ ਰਹੇ ਹਾਂ। ਤਾਂ ਮੇਰਾ ਇਹ ਲੈਕਚਰ 9ਵਾਂ ਲੈਕਚਰ ਹੈ ਤੁਹਾਡੇ ਸਾਹਮਣੇ। ਤਾਂ ਪਿਛਲੇ 8 ਲੈਕਚਰ ਵਿੱਚ ਮੈਂ ਪੂਰਾ ਬੇਸ ਵਾਈਜ਼ ਲੈ ਕੇ ਚੱਲ ਰਿਹਾ। ਆਪਾਂ ਜਨਰਲ ਕੀਤਾ ਹੈ, ਜਨਰਲ ਦੇ ਨਾਲ ਲੈਜਰ ਕਰਾਂਗੇ, ਫਿਰ MCQs ਕਰ ਲਾਂਗੇ। ਡਨ। ਤਾਂ ਇਸ ਤਰੀਕੇ ਨਾਲ ਆਪਾਂ ਚੱਲਾਂਗੇ। ਦੈਨ ਵੈਸੇ ਮੈਂ ਜਨਰਲ ਤੋਂ ਬਾਅਦ ਹੀ ਤੁਹਾਡੇ ਨਾਲ MCQ ਡਿਸਕਸ ਕਰ ਸਕਦਾ ਸੀ, ਬਟ ਕੁਝ ਚੀਜ਼ਾਂ ਹੋਰ ਮੈंने ਪੜ੍ਹਾਉਣੀਆਂ ਨੇ, ਜਿਸ ਨਾਲ ਫਿਰ ਮੈਂ ਇਕੱਠਾ ਹੀ ਤੁਹਾਨੂੰ MCQs ਘੱਟੋ ਘੱਟ 40 ਜਾਂ 50 ਕੁਐਸਚਨਸ ਤੁਹਾਨੂੰ ਮੈਂ ਇਸ ਵਿੱਚ ਇਨਕਲੂਡ ਕਰਾਂ, ਤਾਂ ਕਿ ਤੁਹਾਨੂੰ ਦੋਨੋਂ ਚੀਜ਼ਾਂ ਸਮਝ ਆ ਜਾਣ, ਕਿਉਂਕਿ ਇੱਕ ਦੂਜੇ ਨਾਲ ਰਿਲੇਟ ਕਰਦੀਆਂ ਨੇ। ਡਨ। ਲੈਜਰ ਤਦ ਤੱਕ ਤਿਆਰ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਜਨਰਲ ਤਿਆਰ ਨਹੀਂ ਕਰੋਗੇ। ਡਨ। ਜਨਰਲ ਦੀ ਇੰਪੋਰਟੈਂਸ ਹੀ ਤਦ ਤੱਕ ਜਦ ਤੱਕ ਤੁਸੀਂ ਲੈਜਰ ਤਿਆਰ ਨਹੀਂ ਕਰ ਰਹੇ। ਤਾਂ ਦੋਨਾਂ ਦੇ ਆਪਸ ਵਿੱਚ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ। ਸੋ ਲੈਜਰ ਸਮਝਣਾ ਜ਼ਰੂਰੀ ਹੈ। ਲੈਜਰ ਤੁਹਾਨੂੰ ਪਤਾ ਹੀ ਹੈ, ਵੈਸੇ ਵੀ ਇੱਕ ਮਤਲਬ ਇੱਕ ਰਿਵੀਜ਼ਨ ਹੈ, ਇੱਕ ਰੀਕੋਲ ਹੈ ਕਿ ਹੁੰਦਾ ਕੀ ਹੈ ਲੈਜਰ, ਮੈਨੂੰ ਦੱਸ ਸਕਦਾ। ਲੈਜਰ ਵਿੱਚ ਇੱਕ ਲੈਜਰ ਇੱਕ ਲੈਜਰ ਬੁੱਕ ਹੁੰਦੀ ਹੈ, ਉਸ ਵਿੱਚ ਬਹੁਤ ਸਾਰੇ ਖਾਤੇ, ਜਿਵੇਂ ਕੈਸ਼ ਅਕਾਊਂਟ। ਡਨ। ਕੈਸ਼ ਅਕਾਊਂਟ, ਪਰਚੇਸ ਅਕਾਊਂਟ, ਪਰਚੇਸਿਸ ਦਾ ਅਕਾਊਂਟ ਹੋ ਗਿਆ। ਡਨ। ਕ੍ਰੈਡੀਟਰ ਅਕਾਊਂਟ, ਸਮਝ ਗਏ। ਕੈਸ਼ ਦਾ ਵੈਸੇ ਆਪਾਂ ਖਾਤਾ ਬਣਾਉਂਦੇ ਹਾਂ, ਵੈਸੇ ਕੈਸ਼ ਬੁੱਕ ਵੀ ਬਣਦੀ ਹੈ ਜੇ ਤੁਸੀਂ ਦੇਖਣਾ ਚਾਹੋ ਤਾਂ, ਹੈ ਨਾ। ਅਤੇ ਪਰਚੇਸਿਸ ਅਕਾਊਂਟ ਹੋ ਗਿਆ, ਕੈਪੀਟਲ ਅਕਾਊਂਟ ਹੋ ਗਿਆ, ਅਲੱਗ ਅਲੱਗ ਖਾਤੇ ਬਣਦੇ ਨੇ। ਡਨ। ਇਹ ਆਪਾਂ ਅਲੱਗ ਅਲੱਗ ਖਾਤੇ ਕਿਉਂ ਬਣਾਉਣਾ ਚਾਹੁੰਦੇ ਹਾਂ, ਕੋਈ ਰੀਜ਼ਨ ਦੱਸ ਸਕਦਾ ਮੈਨੂੰ? ਇਹ ਆਪਾਂ ਅਲੱਗ ਅਲੱਗ ਖਾਤੇ ਕਿਉਂ ਬਣਾਉਂਦੇ ਹਾਂ? ਤਾਂ ਕਿ ਆਪਾਂ ਉਹਦਾ ਜਿਹੜਾ ਟੋਟਲ ਬੈਲੈਂਸ ਆਵੇ, ਡਨ, ਜਿਹੜਾ ਐਕਚੁਅਲ ਬੈਲੈਂਸ ਆਵੇ, ਇਸਦਾ ਇੰਨਾ ਪੈਸਾ ਪਿਆ ਹੈ, ਮੇਰੇ ਕੋਲ ਕੈਸ਼ ਇੰਨਾ ਪਿਆ ਹੈ, ਮੇਰੇ ਪਰਚੇਸਿਸ ਇੰਨੇ ਹੋਏ ਹੈ, ਉਹਦਾ ਐਕਚੁਅਲ ਬੈਲੈਂਸ ਮੈਂ ਸਿੱਧਾ ਜਾ ਕੇ ਟਰਾਇਲ ਬੈਲੈਂਸ 'ਚ ਪਾ ਪਾਵਾਂ। ਟਰਾਇਲ ਬੈਲੈਂਸ ਕਿਉਂ ਬਣਾਉਂਦੇ ਹਾਂ? ਤਾਂ ਕਿ ਆਪਾਂ ਪੀਐਨਐਲ ਅਕਾਊਂਟ 'ਚ ਪਾ ਪਾਈਏ, ਹੈ ਨਾ। ਸੋ ਬੁੱਕਸ ਵਿੱਚ ਕੰਟੇਨ ਦੀ ਕਲਾਸੀਫਾਈਡ ਐਂਡ ਪਰਮਾਨੈਂਟ ਰਿਕਾਰਡ ਆਫ ਦੀ ਆਲ ਟ੍ਰਾਂਜੈਕਸ਼ਨ ਆਫ ਦੀ ਬਿਜ਼ਨਸ ਇਜ਼ ਕਾਲਡ ਅ ਲੈਜਰ। ਐਸੀ ਬੁੱਕਸ ਕਹਿ ਲਓ, ਐਸੀ ਬੁੱਕ ਕਹਿ ਲਓ ਜਿਸ ਵਿੱਚ ਬਹੁਤ ਸਾਰੇ ਸਾਨੂੰ ਕਲਾਸੀਫਾਈਡ ਅਕਾਊਂਟਸ ਦੇਖਣ ਨੂੰ ਮਿਲਦੇ, ਜਿਸ ਵਿੱਚ ਆਪਾਂ ਪ੍ਰੋਪਰ ਮੇਨਟੇਨ ਕੀਤੇ ਹੋਏ ਆ ਅਕਾਊਂਟਸ। ਲੈਜਰ ਦੀ ਟ੍ਰਾਂਜੈਕਸ਼ਨਸ ਨੂੰ ਉਸ ਵਿੱਚੋਂ ਹਰ ਇੱਕ ਟ੍ਰਾਂਜੈਕਸ਼ਨ ਦਾ ਨੇਚਰ ਜਾਣ ਕੇ ਉਸਨੂੰ ਆਪਾਂ ਪਰਟੀਕੂਲਰ ਖਾਤੇ 'ਚ ਪਾਤਾ, ਸਮਝ ਗਏ, ਉਹਨੂੰ ਆਪਾਂ ਲੈਜਰ ਕਹਿਤਾ। ਇਹਦੀ ਇੰਪੋਰਟੈਂਸ ਕਿਉਂ ਹੈ? ਤਾਂ ਕਿ ਮੈਂ ਤੁਹਾਨੂੰ ਕਿਹਾ ਹੈ ਨਾ ਕਿ ਆਪਾਂ ਬੈਲੈਂਸਿੰਗ ਜਾਣ ਸਕੀਏ, ਬੈਲੈਂਸ ਪਤਾ ਕਰ ਸਕੀਏ ਕਿ ਕੈਸ਼ ਦਾ ਕਿੰਨਾ ਬੈਲੈਂਸ ਪਿਆ ਮੇਰੇ ਕੋਲ। ਹੁਣ ਤੁਸੀਂ ਜੇਬ ਵਿੱਚ ਹੱਥ ਮਾਰ ਦਿਓ, ਤੁਹਾਨੂੰ ਵੈਸੇ ਤੁਹਾਡੇ ਦਿਮਾਗ 'ਚ ਹੁੰਦਾ ਕਿ ਮੇਰੇ ਕੋਲ ਆਈ ਥਿੰਕ 100 ਰੁਪਏ ਹੈਗਾ, 150 ਰੁਪਏ ਹੈਗਾ, ਮਗਰ ਐਕਚੁਅਲ ਕਿੰਨਾ ਤੁਹਾਡੇ ਕੋਲ, ਡਨ, ਉਹ ਤੁਹਾਨੂੰ ਅਕਾਊਂਟ ਹੀ ਦੱਸ ਸਕਦਾ। ਤੁਹਾਡੀ ਸੈਲਰੀ ਆਈ ਜਾ ਰਹੀ ਹੈ, ਹਰੇਕ ਮਹੀਨੇ ਆਈ ਜਾ ਰਹੀ, ਤੁਸੀਂ ਥੋੜ੍ਹਾ ਕੁਝ ਖਰਚਾ ਕਰੀ ਜਾ ਰਹੇ ਹੋ, ਇੰਨਾ ਅੰਦਾਜ਼ਾ ਨਹੀਂ ਹੁੰਦਾ ਕਿ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਪਏ, ਤੁਹਾਨੂੰ ਦੇਖਣਾ ਪੈਂਦਾ ਜਾ ਕੇ। ਤਾਂ ਉਹ ਕੀ ਹੈ? ਉਹ ਅਕਾਊਂਟ ਹੀ ਹੈ ਨਾ ਤੁਹਾਡਾ। ਹੁਣ ਪਰਟੀਕੂਲਰ ਬੈਂਕ ਵਿੱਚ ਜਿਹੜਾ ਤੁਹਾਡਾ ਅਕਾਊਂਟ ਹੈ, ਉਹ ਅਕਾਊਂਟ ਹੀ ਹੈ ਨਾ ਤੁਹਾਡਾ। ਇਸੇ ਤਰੀਕੇ ਨਾਲ ਹਰੇਕ ਬਿਜ਼ਨਸ ਦਾ ਇੱਕ ਬੈਂਕ ਅਕਾਊਂਟ ਵੀ ਤਾਂ ਬਣਦਾ ਹੀ ਹੈ। ਤਾਂ ਕੀ ਜਾਣਨ ਲਈ ਕਰਦੇ ਹੋ? ਬੈਲੈਂਸਿਸ ਜਾਣ ਸਕੋ। ਦੈਨ ਇੱਕ ਤਾਂ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣੀ, ਉਸ ਵਿੱਚ ਕੰਮ ਆਏਗਾ ਹੀ ਆਏਗਾ। ਉਸ ਤੋਂ ਇਲਾਵਾ ਆਪਣੇ ਆਪ ਨੂੰ ਅਸੀਂ ਜਾਣ ਸਕੀਏ ਕਿ ਬੈਲੈਂਸਿਸ ਕੀ ਕੀ ਹੈ। ਇੱਕ ਸਾਨੂੰ ਪਰਟੀਕੂਲਰ ਅਕਾਊਂਟ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਹੁਣ ਜਿਵੇਂ ਸਪੋਜ਼ ਕੋਲ ਲੈਜਰ ਹੈ, ਹੁਣ ਲੈਜਰ ਦੀ ਇੱਕ ਟ੍ਰਾਂਜੈਕਸ਼ਨ ਪਾਈ, ਦੂਜੀ ਟ੍ਰਾਂਜੈਕਸ਼ਨ ਪਾਈ, ਤੀਜੀ ਪਾਈ, ਬਹੁਤ ਸਾਰੀ ਟ੍ਰਾਂਜੈਕਸ਼ਨਾਂ, ਬੜੀ ਵੱਡੀ ਬੁੱਕ ਭਰ ਗਈ ਹੈ। ਹੁਣ ਤੁਹਾਨੂੰ ਜਾਣਨਾ ਹੈ ਕਿ ਮੈਨੇ ਮਤਲਬ ਪਤਾ ਕਰਨਾ ਕਿ ਮੇਰੇ ਟੋਟਲ ਪਰਚੇਸਿਸ 'ਚ ਕਿੰਨੀ ਟ੍ਰਾਂਜੈਕਸ਼ਨਸ ਹੋਈਆਂ। ਗਿਣਨ ਬੈਠੋਗੇ ਤਾਂ ਬਹੁਤ ਟਾਈਮ ਲੱਗ ਜਾਏਗਾ। ਕਿਆ ਤੁਹਾਨੂੰ ਇੱਕ ਸਾਹਮਣੇ ਇੱਕ ਮਤਲਬ ਪਰਟੀਕੂਲਰ ਫਾਰਮੈਟ ਵਿੱਚ ਤੁਹਾਨੂੰ ਦੱਸ ਦਿੱਤਾ ਜਾਵੇ, ਸਾਰੀ ਟ੍ਰਾਂਜੈਕਸ਼ਨ ਪਰਚੇਸਿਸ ਦੀ ਕੱਢ ਕੇ ਉਸ ਵਿੱਚ ਪਾ ਦਿੱਤੀਆਂ ਜਾਣ ਪਰਚੇਸਿਸ ਅਕਾਊਂਟ ਵਿੱਚ, ਤੁਹਾਨੂੰ ਦੱਸ ਦਿੱਤਾ ਜਾਵੇ ਕਿ ਤੁਹਾਡੀ ਇਹ ਟ੍ਰਾਂਜੈਕਸ਼ਨ ਹੋਈ ਹੈ, ਉਹ ਜ਼ਿਆਦਾ ਆਸਾਨ ਹੈ ਜਾਂ ਮਤਲਬ ਜਨਰਲ ਦਾ ਲੱਭਣਾ ਜ਼ਿਆਦਾ ਆਸਾਨ ਹੈ? ਪਰਚੇਸਿਸ ਅਕਾਊਂਟ ਲੱਭਣਾ ਜ਼ਿਆਦਾ ਆਸਾਨ ਹੈ ਨਾ, ਉਸ ਵਿੱਚੋਂ ਤੁਹਾਨੂੰ ਪਰਚੇਸਿਸ ਦੀਆਂ ਸਾਰੀ ਐਂਟਰੀਆਂ ਲੱਭਣੀਆਂ ਜ਼ਿਆਦਾ ਆਸਾਨ ਹੈ। ਤਾਂ ਬਸ ਕੰਮ ਹੀ ਇਹੀ ਹੈ, ਹਰੇਕ ਅਕਾਊਂਟ ਦੀਆਂ ਜਨਰਲ 'ਚੋਂ ਛਾਣ ਕੇ ਐਂਟਰੀਆਂ ਉਹਨੂੰ ਚਪਾ ਜਾਣੀਆਂ ਰੂਲ ਵਾਈਜ਼, ਸਮਝ ਗਏ। ਜਿਹੜੀ ਡੈਬਿਟ ਤੇ ਡੈਬਿਟ ਸਾਈਡ, ਜਿਹੜੀ ਕ੍ਰੈਡਿਟ ਹੈ ਕ੍ਰੈਡਿਟ ਸਾਈਡ, ਸਮਝ ਗਏ। ਇੱਕ ਹੋਰ ਇੱਕ ਦੀ ਹੈਲਪ ਆਉਂਦੀ, ਇਹਦੇ ਨਾਲ ਟਰਾਇਲ ਬੈਲੈਂਸ ਬਣਾ ਸਕਦੇ, ਇਹਦੇ ਨਾਲ ਆਪਾਂ ਇਹ ਵੀ ਜਾਣ ਸਕਦੇ ਹਾਂ ਕਿ ਕਿੰਨੀ ਅਮਾਊਂਟ ਡਿਊ ਹੈ ਆਪਣੀ, ਦੈਨ ਕਿੰਨੀ ਕਸਟਮਰ ਤੋਂ ਲੈਣੀ ਹੈ ਅਤੇ ਆਪਾਂ ਕਿੰਨੀ ਪੇ ਕਰਨੀ ਹੈ, ਪਤਾ ਲੱਗ ਜਾਂਦਾ ਨਾ। ਡੈਟਰਸ ਅਕਾਊਂਟ, ਕ੍ਰੈਡੀਟਰਸ ਅਕਾਊਂਟ, ਪੀਐਲ ਅਕਾਊਂਟ ਉਹ ਬਣਾ ਸਕਦੇ ਹਾਂ, ਟ੍ਰੇਡਿੰਗ ਅਕਾਊਂਟ ਬਣਾ ਸਕਦੇ ਹਾਂ, ਅਤੇ ਇਨ ਦਾ ਐਂਡ ਆਪਾਂ ਬੈਲੈਂਸ ਸ਼ੀਟ ਬਣ ਸਕਦੀ ਹੈ। ਬੈਲੈਂਸ ਸ਼ੀਟ ਲਈ ਹੀ ਆਪਾਂ ਇੰਨੀ ਮਿਹਨਤ ਕਰਦੇ ਹਾਂ ਸਾਰੀ। ਕੁਛ ਤਾਂ ਆਪਣੇ ਮਤਲਬ ਸੈਟਿਸਫੈਕਸ਼ਨ ਹੁੰਦੀ ਹੈ, ਮਗਰ ਇਨ ਦਾ ਐਂਡ ਜੇ ਆਪਾਂ ਗੱਲ ਕਰੀਏ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ, ਬਿਜ਼ਨਸ ਦੇ ਕਮਿਊਨੀਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ, ਤਦ ਆਪਾਂ ਨੂੰ ਬੈਲੈਂਸ ਸ਼ੀਟ ਦੀ ਲੋੜ ਪੈਂਦੀ ਹੈ, ਫਾਈਨੈਂਸ਼ੀਅਲ ਪੋਜੀਸ਼ਨ ਦੀ ਲੋੜ ਪੈਂਦੀ। ਉਹ ਜਿਹੜੀ ਜਰਨੀ ਤੈਅ ਕਰੀਏ ਨਾ ਮਾਊਂਟ ਐਵਰੇਜ ਦੀ, ਉਹ ਇਹਨਾਂ ਤੋਂ ਹੀ ਤੈਅ ਹੋਏਗੀ, ਇਸ ਤੋਂ ਬਿਨਾਂ ਨਹੀਂ ਤੈਅ ਹੋਏਗੀ। ਡਨ। ਐਡਵਾਂਟੇਜਸ ਕੀ ਹੈ ਕਿ ਹਰੇਕ ਅਕਾਊਂਟ ਅਲੱਗ ਅਲੱਗ ਪ੍ਰੀਪੇਅਰ ਹੁੰਦਾ ਹੈ ਨਾ, ਹਰੇਕ ਅਕਾਊਂਟ ਅਲੱਗ ਅਲੱਗ ਪ੍ਰੀਪੇਅਰ ਹੁੰਦਾ, ਕੋਈ ਇਕੱਠਾ ਅਕਾਊਂਟ ਪ੍ਰੀਪੇਅਰ ਨਹੀਂ ਹੋ ਜਾਂਦਾ। ਜੇ ਜੋ ਵੀ ਆਪਾਂ ਪੀਐਲ ਅਕਾਊਂਟ ਬਣਾਉਣਾ, ਟ੍ਰੇਡਿੰਗ ਅਕਾਊਂਟ ਬਣਾਉਣਾ, ਉਹ ਕਿਹਦੀ ਹੈਲਪ ਨਾਲ ਬਣੇਗਾ? ਸਿਰਫ ਲੈਜਰ ਦੇ ਬੈਲੈਂਸਿਸ ਦੇ ਅਕਾਊਂਟ ਨਾਲ ਹੀ ਬਣੇਗਾ। ਬੈਲੈਂਸ ਸ਼ੀਟ ਵੀ ਇਨ ਦਾ ਐਂਡ ਲੈਜਰ ਦੇ ਬੈਲੈਂਸਿਸ ਨਾਲ ਨਿਕਲ ਕੇ ਸਾਹਮਣੇ ਆਉਂਦੀ ਹੈ, ਜਿਹਦੇ ਨਾਲ ਸਾਨੂੰ ਫਾਈਨੈਂਸ਼ੀਅਲ ਪੋਜੀਸ਼ਨ ਪਤਾ ਲੱਗਦੀ, ਜੋ ਤੁਹਾਨੂੰ ਮੈਂ ਹੁਣੇ ਦੱਸ ਰਿਹਾ ਸੀ। ਕੋਈ ਵੀ ਇਨਫੋਰਮੇਸ਼ਨ ਜਾਣਨੀ ਹੈ ਬਿਜ਼ਨਸ ਨਾਲ ਰਿਲੇਟਿਡ, ਤੁਸੀਂ ਪਰਟੀਕੂਲਰ ਲੈਜਰ 'ਚ ਜਾਣ ਸਕਦੇ ਹੋ ਕਿ ਕਿੰਨੀ ਅਮਾਊਂਟ ਆ ਗਈ, ਕਿੰਨੀ ਰਹਿ ਗਈ। ਡਨ। ਪਤਾ ਲੱਗ ਗਿਆ। ਸੋ ਆਪਾਂ ਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਜਨਰਲ ਅਤੇ ਲੈਜਰ 'ਚ ਡਿਫਰੈਂਸ ਕੀ ਹੈ। ਡਨ।
ਆਪਾਂ ਦੇਖਦੇ ਹਾਂ ਹੁਣ ਮੀਨਿੰਗ ਦੇਖੋ। ਪਹਿਲਾਂ ਕਹਿੰਦੇ ਜਨਰਲ ਕੀ ਇੱਕ ਤਰ੍ਹਾਂ ਦੀ ਓਰੀਜਨਲ ਬੁੱਕ ਆਫ ਐਂਟਰੀ ਹੈ। ਡਨ। ਤੇ ਇਸ ਵਿੱਚ ਸਾਰੀ ਟ੍ਰਾਂਜੈਕਸ਼ਨ ਆਪਾਂ ਫਸਟ ਆਫ ਆਲ ਰਿਕਾਰਡ ਕਰਦੇ ਹਾਂ ਕਨੋਲੋਜੀਕਲ ਆਰਡਰ ਵਿੱਚ, ਮਗਰ ਇਸ ਵਿੱਚ ਕੀ ਕਰਦੇ ਆਪਾਂ ਕਲਾਸੀਫਾਈਡ ਕਰਦੇ ਹਾਂ। ਪਰਟੀਕੂਲਰ ਅਕਾਊਂਟ ਦੇ ਸਾਰੇ ਟ੍ਰਾਂਜੈਕਸ਼ਨ ਉਸ ਵਿੱਚ ਜਾ ਕੇ ਪੋਸਟ ਕਰ ਦਿੰਦੇ ਹਾਂ, ਹੈ ਨਾ। ਇਸ ਵਿੱਚ ਪ੍ਰੋਪਰ ਨਰੇਸ਼ਨ ਵੀ ਦਿਖਾਉਣਾ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਇੱਕ ਐਂਟਰੀ ਪਾਈ ਉਹਦਾ ਐਕਸਪਲੇਨ ਕਰਤਾ ਕਿ ਉਹ ਐਂਟਰੀ ਦਾ ਕੀ ਮਤਲਬ ਹੈ। ਇਸ ਵਿੱਚ ਕੋਈ ਨਰੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ। ਤੇ ਇਸ ਤਰ੍ਹਾਂ ਦੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ ਆਪਾਂ ਕੀ ਕਹਾਇਆ ਜਾਂਦਾ, ਜਰਨਲਾਈਜ਼ਿੰਗ ਕਹਾਇਆ ਜਾਂਦਾ। ਤੇ ਇਸ ਤਰ੍ਹਾਂ ਇਸ ਚੋਂ ਕੱਢ ਕੇ ਐਂਟਰੀਆਂ, ਛਾਣ ਕੇ ਐਂਟਰੀਆਂ ਹਰੇਕ ਹੀ ਖਾਤੇ 'ਚ ਪਾਉਣੀਆਂ, ਉਹਨੂੰ ਕੀ ਕਿਹਾ ਜਾਂਦਾ, ਪੋਸਟਿੰਗ ਕਿਹਾ ਜਾਂਦਾ। ਸਮਝ ਗਏ। ਜਨਰਲ ਵਿੱਚ ਜ਼ਿਆਦਾਤਰ ਐਕੂਰੇਸੀ ਚੈੱਕ ਨਹੀਂ ਕੀਤੀ ਜਾਂਦੀ, ਸਮਝ ਗਏ। ਮਗਰ ਜਦੋਂ ਆਪਾਂ ਟਰਾਇਲ ਬੈਲੈਂਸ ਬਣਾਉਂਦੇ ਹਾਂ ਉਸ ਵਕਤ ਸਾਨੂੰ ਲੈਜਰ ਦੀ ਐਕੂਰੇਸੀ ਚੈੱਕ ਕਰਨੀ ਪੈਂਦੀ ਹੈ। ਇਹ ਐਕੂਰੇਸੀ ਲਈ ਕੰਮ ਆਉਂਦਾ। ਓਕੇ। ਉਸ ਤੋਂ ਬਾਅਦ ਆਪਾਂ ਜਿਹੜਾ ਰਿਕਾਰਡਿੰਗ ਕਰਦੇ ਹਾਂ ਇਹ ਕਨੋਲੋਜੀਕਲ ਆਰਡਰ 'ਚ ਕਰਦੇ ਹਾਂ। ਧਿਆਨ ਨਾਲ ਪੜ੍ਹੋ। ਜਿਹੜੀ ਵੀ ਆਪਾਂ ਜਨਰਲ 'ਚ ਰਿਕਾਰਡ ਕਰਦੇ ਹਾਂ 1 ਤਰੀਕ 2 ਤਰੀਕ 3 ਤਰੀਕ, ਹੈ ਨਾ, ਤਾਂ ਇਹ ਆਪਾਂ ਕਨੋਲੋਜੀਕਲ ਆਰਡਰ 'ਚ ਕਰਦੇ ਹਾਂ, ਡੇਟ ਵਾਈਜ਼ ਕਰਦੇ ਹਾਂ, ਮਗਰ ਇਹ ਐਨਾਲੀਟਿਕਲ ਆਰਡਰ 'ਚ ਕਰਦੇ ਹਾਂ। ਸਮਝ ਗਏ। ਸੋ ਇਹ ਫਾਰਮੈਟ ਹੁੰਦਾ। ਤੁਸੀਂ ਫਾਰਮੈਟ ਜਾਣ ਸਕਦੇ ਹੋ। ਆ ਦੇਖੋ ਇਹ ਫਾਰਮੈਟ ਦੇਖਣ ਨੂੰ ਮਿਲੇਗਾ ਤੁਹਾਨੂੰ, ਜੇ ਯਾਦ ਆ ਰਿਹਾ ਤੁਹਾਨੂੰ। ਇਹ ਹੁੰਦੀ ਡੈਬਿਟ ਸਾਈਡ, ਇਹ ਹੁੰਦੀ ਕ੍ਰੈਡਿਟ ਸਾਈਡ। ਦੈਨ ਇਹ ਡੇਟ ਪਰਟੀਕੂਲਰ ਜਨਰਲ ਫੋਲੀਓ ਆ ਗਿਆ ਨਾ, ਜਨਰਲ ਫੋਲੀਓ ਉਹਦੇ ਐਂਟਰੀ ਪਾਓਗੇ, ਜਨਰਲ ਫੋਲੀਓ ਪਰਟੀਕੂਲਰ ਉਸਦਾ ਰੇਂਜ ਨੰਬਰ ਪਾ ਦੋਗੇ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਜਿਹੜੀ ਮੈਂ ਉਰੇ ਟ੍ਰਾਂਜੈਕਸ਼ਨ ਪੋਸਟ ਕੀਤੀ ਹੈ ਉਰੇ ਮੈਨੇ, ਉਹ ਐਕਚੁਅਲ 'ਚ ਜੇ ਮੈਨੇ ਦੇਖਣਾ ਹੋਵੇ, ਜਨਰਲ 'ਚ ਜਾ ਕੇ ਦੇਖਣਾ ਹੋਵੇ, ਤਾਂ ਉਰੇ ਨੰਬਰ ਜਿਹੜਾ ਹੋਏਗਾ ਉਹ ਸਿੱਧਾ ਮੈਨੂੰ ਜਨਰਲ 'ਚ ਲੈ ਜਾਏਗਾ। ਜਨਰਲ ਦੀ ਬੁੱਕ ਖੋਲ ਕੇ ਉਸ ਨੰਬਰ 'ਤੇ ਸਿੱਧਾ ਜਾ ਕੇ ਟ੍ਰਾਂਜੈਕਸ਼ਨ ਦੇਖ ਲਾਂਗਾ। ਇਹ ਮੇਰੀ ਅਮਾਊਂਟ ਹੋ ਗਈ। ਇਸੇ ਸੇਮ ਤਰੀਕੇ ਦੀ ਉਰੇ ਆਪਾਂ ਬਣਾਉਂਦੇ ਹਾਂ ਕ੍ਰੈਡਿਟ ਸਾਈਡ ਦੀ, ਡੇਟ ਪਰਟੀਕੂਲਰ ਜਨਰਲ ਫੋਲੀਓ ਅਮਾਊਂਟ। ਹਰੇਕ ਅਕਾਊਂਟ ਦਾ ਆਪਣਾ ਹਿਸਾਬ ਹੈ, ਕਿਹੜਾ ਕਿਸ ਦਾ ਡੈਬਿਟ ਬੈਲੈਂਸ ਹੋਏਗਾ, ਕਿਹਦਾ ਕ੍ਰੈਡਿਟ ਬੈਲੈਂਸ ਹੋਏਗਾ, ਉਹ ਆਪਣਾ ਹਿਸਾਬ ਹੈ। ਡਨ। ਹੁਣ ਇਹਦੇ ਰੂਲ ਕੀ ਹੈ ਇਹ ਵੀ ਜਾਣ ਲਓ। ਜੇ ਤੁਹਾਨੂੰ ਯਾਦ ਹੈ ਤਾਂ ਅੱਛੀ ਗੱਲ ਹੈ, ਵੈਸੇ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਮੈਂ। all transaction related to the one account should be entered at one place। ਹੁਣ ਜਿਵੇਂ ਕੈਸ਼ ਦੇ ਟ੍ਰਾਂਜੈਕਸ਼ਨਸ ਹੈ ਤਾਂ ਕੈਸ਼ ਅਕਾਊਂਟ 'ਚ ਹੀ ਜਾਣੀ ਹੈ, ਹੋਰ ਕਿੱਥੇ ਨਹੀਂ ਜਾਣੀ ਹੈ। ਕੈਸ਼ ਦੀ ਜਿਹੜੀ ਟ੍ਰਾਂਜੈਕਸ਼ਨ ਆ ਭਾਵੇਂ ਉਹ ਡੈਬਿਟ ਹੋ ਰਹੀ ਹੈ, ਕ੍ਰੈਡਿਟ ਹੋ ਰਹੀ ਹੈ, ਤਾਂ ਉਸ ਹਿਸਾਬ ਸਿਰ ਉਸ ਖਾਤੇ ਵਿੱਚ ਕੈਸ਼ ਅਕਾਊਂਟ 'ਚ ਜਾਣੀ ਹੈ। ਸਮਝ ਗਏ। ਜੇ ਕੋਈ ਚੀਜ਼ ਡੈਬਿਟ ਸਾਈਡ ਆ ਰਹੀ ਹੈ, ਧਿਆਨ ਨਾਲ ਪੜੋ, ਜੇ ਕੋਈ ਚੀਜ਼ ਡੈਬਿਟ ਸਾਈਡ ਆ ਰਹੀ ਹੈ, ਦੈਨ ਤੁਹਾਨੂੰ ਸਮਝਾ ਦਿੰਦਾ ਮੈਂ, ਜੇ ਕੋਈ ਚੀਜ਼ ਡੈਬਿਟ ਸਾਈਡ ਆ ਰਹੀ ਹੈ ਉਹ ਟ੍ਰਾਂਜੈਕਸ਼ਨ 2 ਨਾਲ ਪਏਗੀ ਹਮੇਸ਼ਾ, ਠੀਕ ਹੈ। ਜੇ ਜੀ ਕੋਈ ਕ੍ਰੈਡਿਟ ਸਾਈਡ ਆ ਰਹੀ ਹੈ ਉਹ ਹਮੇਸ਼ਾ ਬਾਏ ਨਾਲ ਪਏਗੀ। ਸਮਝ ਗਏ, ਰੂਲ ਹੈ ਇਸਦਾ, ਇਹ ਧਿਆਨ ਰੱਖਣਾ। ਓਕੇ। 2 ਉਰੇ ਕਦੋਂ ਪਏਗੀ, ਜਦੋਂ ਉਹ ਅਕਾਊਂਟ ਹਮੇਸ਼ਾ ਡੈਬਿਟ ਹੋਏਗਾ, ਤਦ ਜੋ ਚੀਜ਼ ਕ੍ਰੈਡਿਟ ਹੋਈ ਉਹਦੀ ਜਿਹੜੀ ਇਨਫੋਰਮੇਸ਼ਨ ਉਰੇ ਪੈ ਜਾਏਗੀ। ਜੇ ਮੰਨ ਲਓ ਮੈਂ ਤੁਹਾਨੂੰ ਕਿਹਾ ਸੀ ਕਿ ਕੈਸ਼ ਰਿਸੀਵ ਹੋਇਆ ਰਾਮ ਤੋਂ, ਤਾਂ ਮੈਂ ਕੀ ਲਿਖਾਂਗਾ, ਕੈਸ਼ ਅਕਾਊਂਟ ਡੈਬਿਟ ਟੂ ਰਾਮ। ਤਾਂ ਮੇਰਾ ਕੈਸ਼ ਦਾ ਖਾਤਾ ਖੁੱਲ੍ਹਿਆ ਹੋਇਆ, ਤਾਂ ਕੈਸ਼ ਦੇ ਖਾਤੇ 'ਚ ਮੈਂ ਜਦੋਂ 2 ਪਾਵਾਂਗਾ 2 ਰਾਮ ਪਾ ਦਾਂਗਾ। ਉਰੇ ਮੈਂ ਦੱਸ ਦਾਂਗਾ ਨਾ, ਉਰੇ ਕੈਸ਼ ਥੋੜ੍ਹਾ ਪਾਵਾਂਗਾ। ਉਰੇ ਤਾਂ ਮੈंने ਇਹ ਦੱਸਣਾ ਹੈ ਕਿ ਜੇ ਮੇਰੇ ਕੋਲ ਪੈਸਾ ਆਇਆ ਤਾਂ ਕਿਸ ਕਾਰਨ ਕਰਕੇ ਆਇਆ, ਕਿਉਂਕਿ ਮੈंने ਰਾਮ ਤੋਂ ਲਿੱਤਾ ਪੈਸਾ। ਸਮਝ ਉਰੇ ਅਮਾਊਂਟ ਪਾ ਦਾਂਗਾ। ਇसी ਤਰੀਕੇ ਨਾਲ ਸਾਰੀ ਟ੍ਰਾਂਜੈਕਸ਼ਨਸ ਪੈ ਜਾਣੀ ਹੈ। ਡਨ। ਓਕੇ। ਸੋ ਇਹ ਚੀਜ਼ ਆਪਾਂ ਧਿਆਨ 'ਚ ਰੱਖਣੀ ਹੈ। ਅਤੇ ਇਹ ਚੀਜ਼ ਹਮੇਸ਼ਾ ਧਿਆਨ 'ਚ ਰੱਖਣੀ ਹੈ ਕਿ ਤੁਹਾਡੀ ਜਿਹੜਾ ਇਨ ਦਾ ਐਂਡ ਜਦੋਂ ਤੁਸੀਂ ਟੋਟਲ ਕਰੋ ਤਾਂ ਤੁਹਾਡਾ ਦੋਨੋਂ ਸਾਈਡ ਟੋਟਲ ਸੇਮ ਆਉਣਾ ਚਾਹੀਦਾ। ਉਹ ਤਾਂ ਕਿਵੇਂ ਹੋਏਗਾ ਟੋਟਲ, ਜੇ ਤੁਸੀਂ ਬੈਲੈਂਸਿੰਗ ਕਰੋਗੇ। ਜੇ ਮੰਨ ਲਓ ਜੇ ਇਹ ਸਾਈਡ ਜਾ ਰਿਹਾ, ਇਹ ਸਾਈਡ ਘੱਟ ਹੈ, ਤਾਂ ਉਰੇ ਬੈਲੈਂਸਿੰਗ ਪਾਓਗੇ, ਬੈਲੈਂਸ ਕੈਰੀ ਡਾਊਨ। ਸਮਝ ਗਏ। ਤਾਂ ਇਹ ਬੈਲੈਂਸਿੰਗ ਕੈਰੀ ਡਾਊਨ ਤੁਹਾਡੇ ਇਸ ਟੋਟਲ ਨੂੰ ਸੇਮ ਕਰੇਗਾ। ਫਿਰ ਇਹ ਅੱਗੇ ਬੈਲੈਂਸ ਜਿਹੜਾ ਇਹ ਬੈਲੈਂਸ ਹੋਏ ਐਕਚੁਅਲ ਬੈਲੈਂਸ ਹੋਏਗਾ, ਜਿਹੜਾ ਅੱਗੇ ਫਾਰਵਰਡ ਹੋ ਜਾਏਗਾ ਅਗਲੇ ਸਾਲ ਲਈ ਜਾਂ ਅਗਲੇ ਮੰਥ ਲਈ, ਜਿਵੇਂ ਤੁਸੀਂ ਲੈ ਕੇ ਜਾਂਦੇ ਹੋ। ਇਹੀ ਬੈਲੈਂਸ ਅੱਗੇ ਟਰਾਇਲ ਬੈਲੈਂਸ 'ਚ ਜਾਂਦਾ ਹੈ, ਕਿ ਉਹ ਡੈਬਿਟ ਬੈਲੈਂਸ ਹੈ, ਕ੍ਰੈਡਿਟ ਬੈਲੈਂਸ ਹੈ, ਉਹ ਨੇਚਰ ਵਾਈਜ਼ ਅਕਾਊਂਟ ਦੇ ਹਿਸਾਬ ਸਿਰ ਹੁੰਦਾ। ਓਕੇ। ਇਹ ਧਿਆਨ 'ਚ ਰੱਖਣੀਆਂ ਚੀਜ਼ਾਂ ਆਪਾਂ ਨੇ। ਚਲੋ ਉਸ ਤੋਂ ਬਾਅਦ ਹਮੇਸ਼ਾ ਜੇ ਕਦੀ ਕਲੋਜ਼ਿੰਗ ਕਰਨੀ ਹੋਵੇ ਕਿਸੇ ਪਰਸਨਲ ਅਕਾਊਂਟ ਦੀ, ਉਹ ਬਾਏ ਨਾਲ ਹੋਏਗੀ, ਠੀਕ ਹੈ। ਬਾਏ ਬੈਲੈਂਸ ਕੈਰੀ ਡਾਊਨ ਜਾਂ 2 ਬੈਲੈਂਸ ਕੈਰੀ ਡਾਊਨ, ਦੋਨੋਂ ਤਰੀਕੇ ਨਾਲ ਜਿਵੇਂ ਮਰਜ਼ੀ ਹੋ ਸਕਦੀ ਹੈ। ਜੇ ਆਪਾਂ ਨੇ ਰੀਅਲ ਅਕਾਊਂਟ ਦੀ ਕਰਨੀ ਹੈ ਉਹ ਵੀ ਸੇਮ ਹੈ, ਬਾਏ ਨਾਲ ਵੀ ਹੋ ਸਕਦੀ ਹੈ, 2 ਨਾਲ ਵੀ ਹੋ ਸਕਦੀ। ਨੋਮੀਨਲ ਅਕਾਊਂਟ ਦੀ ਕਰਨੀ ਹੈ ਉਸ ਦੀ ਕੋਈ ਬੈਲੈਂਸਿੰਗ ਕਰਨ ਦੀ ਲੋੜ ਨਹੀਂ ਪੈਂਦੀ। ਨੋਮੀਨਲ ਅਕਾਊਂਟ ਦੇ ਕਿਸੇ ਵੀ ਚੀਜ਼ਾਂ ਦੀ ਬੈਲੈਂਸਿੰਗ ਕਰਨ ਦੀ, ਕਲੋਜ਼ਿੰਗ ਬੈਲੈਂਸਿੰਗ ਕਰਨ ਦੀ ਲੋੜ ਨਹੀਂ ਪੈਂਦੀ। ਇਹ ਧਿਆਨ 'ਚ ਰੱਖ ਲੈਣਾ। ਚਲੋ ਹੁਣ ਇੱਕ ਐਗਜ਼ਾਮਪਲ ਦੇਖ ਲਈਏ ਨਾ ਆਪਾਂ, ਲੈਜਰ 'ਚ ਕਿਵੇਂ ਕਰਨਾ ਤੁਹਾਨੂੰ ਯਾਦ ਆ ਜਾਏਗਾ। ਸਪੋਜ਼ ਕਰੋ ਇਹ ਆਪਣਾ ਐਗਜ਼ਾਮਪਲ ਹੈ ਜਨਰਲ ਦੀ, ਇਹ ਆਪਣਾ ਜਨਰਲ ਮੇਨਟੇਨ ਕੀਤਾ ਹੋਇਆ, ਤੁਹਾਨੂੰ ਪਤਾ ਹੈ ਇਹ ਟ੍ਰਾਂਜੈਕਸ਼ਨਸ ਕਿਵੇਂ ਪਈਆਂ। ਹੁਣ ਪਤਾ ਇਹ 'ਚ ਪਤਾ ਲੱਗ ਰਿਹਾ ਕਿ ਨਰੇਸ਼ਨ ਤੋਂ ਕਿ ਆਪਾਂ ਨੇ ਕੈਸ਼ ਸੇਲ ਕੀਤੀ ਹੈ। ਕੀ ਕੀਤੀ ਹੈ? ਕੈਸ਼ ਸੇਲ ਕੀਤੀ ਹੈ। ਤੇ ਇਸਦਾ ਕੀ ਮਤਲਬ ਹੋ ਗਿਆ, ਕੈਸ਼ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ, ਹੈ ਨਾ। ਅਤੇ ਕਿਵੇਂ ਕਿਹੜੇ ਖਾਤੇ ਨਿਕਲ ਕੇ ਸਾਹਮਣੇ ਆਏ, ਕੈਸ਼ ਦਾ ਖਾਤਾ ਅਤੇ ਸੇਲ ਦਾ ਖਾਤਾ। ਚਲੋ ਆ ਜਾਓ ਆਪਾਂ ਪਹੁੰਚੀਏ ਫਿਰ ਲੈਜਰ ਬਣਾਈਏ, ਠੀਕ ਹੈ। ਪਹਿਲੇ ਕੈਸ਼ ਦਾ ਖਾਤਾ, ਡਨ। ਕੈਸ਼ ਦਾ ਖਾਤਾ ਖੋਲ੍ਹ ਲਿਆ। ਕੈਸ਼ ਦੇ ਖਾਤੇ ਸਾਨੂੰ ਪਤਾ ਕੈਸ਼ ਡੈਬਿਟ ਹੈ, ਤਾਂ ਸਾਨੂੰ ਉਰੇ ਡੈਬਿਟ ਸਾਈਡ 'ਤੇ 2 ਪਾ ਕੇ ਸੇਲ ਪਾ ਦਾਂਗੇ। ਉਰੇ ਕੈਸ਼ ਕਿਉਂ ਨਹੀਂ ਪਾਵਾਂਗੇ, ਕਿਉਂਕਿ ਕੈਸ਼ ਦਾ ਖਾਤਾ ਖੋਲ੍ਹਿਆ ਹੋਇਆ ਆਪਾਂ ਨੇ। ਸਾਨੂੰ ਤਾਂ ਪਤਾ ਹੀ ਹੈ ਕਿ ਕੈਸ਼ ਦੇ ਖਾਤੇ ਡੈਬਿਟ ਸਾਈਡ ਹਮੇਸ਼ਾ ਪੈਸਾ ਰਿਸੀਵ ਹੁੰਦਾ।
है ना। ਤਾਂ ਉਰੇ ਟੂ ਸੇਲ ਪਾ ਕੇ 5000 ਪਾ ਦਾਂਗੇ। ਡਨ। ਓਕੇ। ਇਸੇ ਤਰੀਕੇ ਨਾਲ ਸੇਲ ਦਾ ਖਾਤਾ, ਸੇਲ ਵਿੱਚ ਸਾਨੂੰ ਪਤਾ ਹੈ ਕਿ ਸੇਲ ਸਾਡੀ ਕ੍ਰੈਡਿਟ ਹੋਈ ਹੈ। ਤੁਹਾਨੂੰ ਪਤਾ ਨਾ ਕੈਸ਼ ਟੂ ਸੇਲ, ਸੇਲ ਕ੍ਰੈਡਿਟ ਹੋਈ ਹੈ। ਤਾਂ ਮੈਂ ਜਦੋਂ ਸੇਲ ਦਾ ਖਾਤਾ ਖੋਲਾਂਗਾ ਤਾਂ ਜੋ ਜੀ ਡੈਬਿਟ ਹੋਈ ਹੈ, ਠੀਕ ਹੈ, ਉਹਨੂੰ ਮੈਂ ਕ੍ਰੈਡਿਟ ਸਾਈਡ ਪਾ ਦਾਂਗਾ, ਕਿਉਂਕਿ ਮੇਰੀ ਸੇਲ ਤਾਂ ਕ੍ਰੈਡਿਟ ਹੋਈ ਹੈ ਨਾ। ਸੇਲ ਕ੍ਰੈਡਿਟ ਦਾ ਮੈਂ ਕ੍ਰੈਡਿਟ ਸਾਈਡ ਜਾ ਕੇ ਉਪਰਲੀ ਇਨਫੋਰਮੇਸ਼ਨ ਪਾ ਦਾਂਗਾ ਕਿ ਮੈਨੇ ਇਸ ਨੂੰ ਕਿਉਂ ਕ੍ਰੈਡਿਟ ਕੀਤਾ, ਸੇਲ ਨੂੰ ਕ੍ਰੈਡਿਟ ਕਿਉਂ ਕੀਤਾ, ਕਿਉਂਕਿ ਮੈਨੇ ਕੈਸ਼ ਰਿਸੀਵ ਹੋਇਆ। ਤਾਂ ਬਾਈ ਕੈਸ਼ ਆ ਜਾਏਗਾ। ਮੈਨੂੰ ਪਤਾ ਲੱਗ ਜਾਏਗਾ ਜਦੋਂ ਮੈਂ ਇਹ ਟ੍ਰਾਂਜੈਕਸ਼ਨ ਦੇਖਦਾ ਨਾ, ਮੈਨੂੰ ਪਤਾ ਲੱਗ ਜਾਂਦਾ ਹੈ ਅੱਛਾ ਮੇਰੀ ਸੇਲ ਹੋਈ ਹੈ, ਬਾਈ ਕੈਸ਼ ਹੋਈ ਹੈ, ਠੀਕ ਹੈ, 5000 ਤੇ ਹੋਈ ਹੈ। ਸਮਝ ਗਏ। ਇਹ ਧਿਆਨ 'ਚ ਰੱਖਣਾ। ਦੋਨੋਂ ਹੋ ਗਈ ਨਾ। ਲੈਜਰ ਮੇਨਟੇਨ ਹੋ ਗਿਆ, ਇਹ ਪ੍ਰੋਪਰ ਇੱਕ ਜਨਰਲ ਐਂਟਰੀ ਦਾ ਲੈਜਰ ਮੇਨਟੇਨ ਹੋ ਗਿਆ। ਦੋਨੋਂ ਚੀਜ਼ਾਂ ਪੈ ਗਈਆਂ ਆਪਣੀ। ਇਸੇ ਤਰੀਕੇ ਨਾਲ ਮੈंने ਫਰਨੀਚਰ ਪਰਚੇਸ ਕੀਤਾ ਕੈਸ਼ 'ਤੇ, ਡਨ। ਇੱਕ ਫਰਨੀਚਰ ਦਾ ਖਾਤਾ ਖੁੱਲ੍ਹੇਗਾ, ਡਨ। ਇੱਕ ਕੈਸ਼ ਦਾ ਖਾਤਾ ਖੁੱਲ੍ਹੇਗਾ। ਫਰਨੀਚਰ ਦਾ ਖਾਤੇ 'ਤੇ ਚੱਲਦੇ ਹਾਂ ਆਪਾਂ, ਡਨ। ਫਰਨੀਚਰ ਦਾ ਖਾਤਾ ਦੇਖੋ ਆ ਰਿਹਾ, ਫਰਨੀਚਰ ਦਾ ਖਾਤਾ। ਜੇ ਮੈਂ ਗੱਲ ਆਖਾਂ ਫਰਨੀਚਰ ਦੇ ਖਾਤੇ, ਤੁਸੀਂ ਦੇਖ ਰਹੇ ਹੋ ਕਿ ਜਦੋਂ ਮੈਂ ਫਰਨੀਚਰ ਦਾ ਖਾਤਾ ਖੋਲ੍ਹਿਆ, ਇਹ ਡੈਬਿਟ ਸਾਈਡ ਹੈ, ਕ੍ਰੈਡਿਟ ਸਾਈਡ ਹੈ। ਡੈਬਿਟ ਸਾਈਡ ਹਮੇਸ਼ਾ ਜ਼ਿਆਦਾਤਰ ਰਿਸੀਵਿੰਗ ਦੀ ਹੁੰਦੀ ਹੈ, ਡਨ। ਅਤੇ ਕ੍ਰੈਡਿਟ ਸਾਈਡ ਹਮੇਸ਼ਾ ਪੇਮੈਂਟ ਦੀ ਹੁੰਦੀ ਹੈ। ਇਹ ਧਿਆਨ 'ਚ ਰੱਖਣਾ। ਜਦੋਂ ਮੈਂ ਫਰਨੀਚਰ ਦੀ ਗੱਲ ਆਖ ਰਿਹਾ, ਮੈਨੂੰ ਪਤਾ ਮੈਂ ਫਰਨੀਚਰ ਪਰਚੇਸ ਕੀਤਾ, ਮੇਰੇ ਕੋਲ ਆਇਆ ਫਰਨੀਚਰ, ਤਾਂ ਮੈਂ ਡੈਬਿਟ ਸਾਈਡ ਪਾਵਾਂ, ਕਿਉਂਕਿ ਮੈਂ ਐਂਟਰੀ ਵੀ ਡੈਬਿਟ ਸਾਈਡ ਮਤਲਬ ਡੈਬਿਟ ਹੀ ਕੀਤਾ ਫਰਨੀਚਰ ਨੂੰ। ਤਾਂ ਜਦੋਂ ਮੈਂ ਫਰਨੀਚਰ ਨੂੰ ਡੈਬਿਟ ਕੀਤਾ ਤਾਂ ਉਹਦੀ ਇਨਫੋਰਮੇਸ਼ਨ ਪਾ ਦਾਂਗਾ ਕਿ ਜਿਹੜਾ ਮੈਂ ਫਰਨੀਚਰ ਲਿੱਤਾ ਹੈ ਉਹ ਤੂੰ ਕੈਸ਼ ਲਿੱਤਾ ਹੈ, ਤਾਂ ਉਹਦੇ ਮੈਂ ਅਮਾਊਂਟ ਪਾ ਦਾਂਗਾ। ਤਾਂ ਫਿਰ ਕੈਸ਼ ਖਾਤਾ ਖੋਲ੍ਹਿਆ ਮੈंने, ਕਿਉਂਕਿ ਮੈंने ਕੈਸ਼ ਵੀ ਟ੍ਰਾਂਜੈਕਸ਼ਨ ਹੋਈ ਹੈ ਨਾ, ਤਾਂ ਕੈਸ਼ ਹੀ ਟ੍ਰਾਂਜੈਕਸ਼ਨ ਲਿਖਣੀ ਹੈ ਕਿ ਪੇਮੈਂਟ ਹੋਈ ਹੈ। ਤਾਂ ਕ੍ਰੈਡਿਟ ਸਾਈਡ ਹਮੇਸ਼ਾ ਪੇਮੈਂਟ ਦੀ ਹੁੰਦੀ ਹੈ। ਤਾਂ ਬਾਏ ਦੱਸ ਦਾਂਗਾ ਮੈਂ ਕਿ ਮੈंने ਕੀ ਪੇਮੈਂਟ ਕੀਤੀ ਹੈ। ਬਾਏ ਫਰਨੀਚਰ ਮੈंने ਪੇਮੈਂਟ ਹੋਈ ਹੈ, ਡਨ। ਮੈंने ਫਰਨੀਚਰ ਪਰਚੇਸ ਕੀਤਾ, ਜਿਸ ਕਰਕੇ ਮੈਂ ਇਸ ਨੂੰ ਕ੍ਰੈਡਿਟ ਸਾਈਡ 'ਤੇ ਲਿਖ ਰਿਹਾ ਅਤੇ ਦੱਸ ਰਿਹਾ ਕਿ ਇਹ ਮੈंने ਪੇਮੈਂਟਾਂ ਕੀਤੀਆਂ। ਅਤੇ ਉਸ ਵਿੱਚ ਇੱਕ ਪੇਮੈਂਟ ਹੈ ਮੈंने ਫਰਨੀਚਰ ਦੀ ਪੇਮੈਂਟ ਕੀਤੀ ਹੈ 10,000 ਦੀ, ਡਨ। ਇਹ ਤੁਹਾਨੂੰ ਦੇਖਣ ਨੂੰ ਮਿਲ ਗਿਆ ਬਾਏ ਫਰਨੀਚਰ ਕੈਸ਼ ਦਾ ਖਾਤਾ। ਅਗਲਾ ਦੇਖੋ ਕਿ मैंने ਗੁड्स ਮਾਫ ਕਰਨਾ, मैंने ਕ੍ਰੈਡਿਟ ਦੇ ਗੁड्स ਪਰਚੇਸ ਕੀਤੀਆਂ। मैंने ਕ੍ਰੈਡਿਟ ਦੇ ਬੀਇੰਗ ਗੁड्स ਪਰਚੇਸਡ ਔਨ ਕ੍ਰੈਡਿਟ ਮਤਲਬ ਉਧਾਰ ਕਿਸ ਤੋਂ ਲਿੱਤੀਆਂ, ਗੋਬਿੰਦ ਤੋਂ ਲਿੱਤੀਆਂ। ਹੁਣ ਮੈਨੂੰ ਪਤਾ ਹੈ ਕਿ ਇੱਕ ਮੇਰਾ ਪਰਚੇਸਿਸ ਦਾ ਖਾਤਾ ਖੁੱਲ੍ਹੇਗਾ, ਇੱਕ मैंने ਗੋਬਿੰਦ ਦਾ ਖਾਤਾ ਖੋਲ੍ਹਣਾ ਹੈ। ਗੋਬਿੰਦ ਕੀ ਹੈ ਮੇਰਾ, ਕੋਈ ਦੱਸ ਸਕਦਾ? ਡੈਟਰ ਹੈ, ਸੌਰੀ ਕ੍ਰੈਡਿਟਰ ਹੈ, ਡਨ। ਕੀ ਹੈ ਮੇਰਾ? ਕ੍ਰੈਡਿਟਰ, ਜਿਹਨੂੰ मैंने ਪੈਸੇ ਦੇਣੇ ਹੈ, ਚਲੋ ਹੁਣ ਆਪਾਂ ਦੇਖ ਲੈਂਦੇ ਹਾਂ ਆਪਣਾ ਪਰਚੇਸਿਸ ਦਾ ਖਾਤਾ। ਆ ਰਿਹਾ ਪਰਚੇਸਿਸ ਦਾ ਖਾਤਾ, ਡਨ। ਪਰਚੇਸਿਸ ਦਾ ਖਾਤਾ ਖੋਲ੍ਹਿਆ ਤਾਂ ਮੈਨੂੰ ਪਤਾ ਕਿ मैंने ਪਰਚੇਸਿਸ ਰਿਸੀਵ ਕੀਤੀਆਂ, ਤਾਂ ਡੈਬਿਟ ਸਾਈਡ ਪਾਵਾਂਗੇ। ਕਿਉਂ ਡੈਬਿਟ ਸਾਈਡ ਪਾਵਾਂਗੇ? ਤੁਹਾਨੂੰ ਪਤਾ ਡੈਬਿਟ ਸਾਈਡ ਹਮੇਸ਼ਾ ਜ਼ਿਆਦਾ ਰਿਸੀਵਿੰਗ ਦੀ ਹੁੰਦੀ ਹੈ, ਓਕੇ। ਅਤੇ ਕੁਝ ਤਾਂ ਨੇਚਰ ਹੀ ਐਸਾ ਹੁੰਦਾ ਕਿ ਉਹ ਡੈਬਿਟ ਦਾ ਹੀ ਬੈਲੈਂਸ ਦਿਖਾਏਂਗੇ। ਤਾਂ ਇਨ ਦਾ ਐਂਡ ਜੇ ਕੋਈ ਬੈਲੈਂਸ ਟਰਾਇਲ ਬੈਲੈਂਸ 'ਚ ਜਾਏਗਾ ਨਾ ਪਰਚੇਸਿਸ ਦਾ, ਉਹ ਹਮੇਸ਼ਾ ਡੈਬਿਟ ਬੈਲੈਂਸ ਹੋਏਗਾ। ਸਮਝ ਪਾ ਰਹੇ ਹੋ? ਕ੍ਰੈਡਿਟ ਬੈਲੈਂਸ ਨਹੀਂ ਹੋਏਗਾ। ਜਿਵੇਂ ਕੈਸ਼ ਦਾ ਹਮੇਸ਼ਾ ਡੈਬਿਟ ਬੈਲੈਂਸ ਹੋਣਾ ਚਾਹੀਦਾ। ਕਿਉਂ ਡੈਬਿਟ ਬੈਲੈਂਸ ਹੋਣਾ ਚਾਹੀਦਾ? ਲੌਜਿਕ ਲਗਾਓ। ਕਿਉਂ ਹੋਣਾ ਚਾਹੀਦਾ? ਜੇ ਕ੍ਰੈਡਿਟ ਸਾਈਡ ਦੀ ਪੇਮੈਂਟਾਂ ਜ਼ਿਆਦਾ ਹੋ ਗਈਆਂ, ਮੰਨ ਲਓ ਜੇ ਪੇਮੈਂਟਾਂ ਜ਼ਿਆਦਾ ਹੋ ਗਈਆਂ, ਡੈਬਿਟ ਸਾਈਡ ਘੱਟ ਗਈ, ਤਾਂ ਕੀ ਹੋਏਗਾ? ਨੈਗੇਟਿਵ 'ਚ ਆ ਜਾਏਗੀ। ਕਦੀ ਕੈਸ਼ ਨੈਗੇਟਿਵ 'ਚ ਹੋ ਸਕਦਾ ਹੈ। ਜੇ ਤੁਹਾਡਾ ਬਿਜ਼ਨਸ ਚਲਾਉਣਾ, ਤੁਹਾਨੂੰ ਨਾਲ ਦੀ ਨਾਲ ਉਹਨੂੰ ਸਹੀ ਬੈਲੈਂਸ ਕਰਨਾ ਹੋਏਗਾ। ਤੁਹਾਨੂੰ ਪੈਸਾ ਪਾਉਣਾ ਹੀ ਪੈਣਾ ਬਿਜ਼ਨਸ ਵਿੱਚ, ਅਤੇ ਇਸ ਕਰਕੇ ਹਮੇਸ਼ਾ ਕੈਸ਼ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਸਮਝ ਗਏ? ਇਹ ਧਿਆਨ 'ਚ ਰੱਖਣਾ। ਕਈਆਂ ਦਾ ਨੇਚਰ ਹੀ ਐਸਾ, ਜਿਵੇਂ ਕੈਪੀਟਲ ਅਕਾਊਂਟ ਆ, ਉਹਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੀ ਹੋਏਗਾ, ਡੈਬਿਟ ਬੈਲੈਂਸ ਥੋੜ੍ਹਾ ਹੋਏਗਾ। ਸੇਲ ਜਿਹੜੀ ਹੈ ਉਹਦੀ ਕ੍ਰੈਡਿਟ ਬੈਲੈਂਸ ਹੀ ਹੋਏਗਾ। ਸਮਝ ਲਓ ਕਿਹਦਾ ਨੇਚਰ ਹੀ ਐਸਾ, ਕਿਉਂਕਿ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਕਿਹੜੇ ਅਕਾਊਂਟ ਕਿਸ ਵਿੱਚ ਜਾਂਦੇ ਆ। ਸਮਝ ਗਏ? ਇਹਦਾ ਹੁਣ ਸੇਲ ਦਾ ਕਿਉਂ ਕ੍ਰੈਡਿਟ ਬੈਲੈਂਸ ਹੈ? ਕੋਈ ਮੈਨੂੰ ਦੱਸ ਸਕਦਾ ਕਿਉਂ ਕ੍ਰੈਡਿਟ ਬੈਲੈਂਸ ਹੈ? ਆਪਾਂ ਨੋਮੀਨਲ ਅਕਾਊਂਟ ਪੜ੍ਹਿਆ ਨਹੀਂ ਪੜ੍ਹਿਆ? ਕ੍ਰੈਡਿਟ ਔਰ ਇਨਕਮਸ ਐਂਡ ਗੇਨਸ ਐਂਡ ਰੈਵਨਿਊ ਸਾਰਾ ਕੁਝ ਕ੍ਰੈਡਿਟ 'ਤੇ ਜਾਂਦਾ, ਇਸ ਕਰਕੇ ਉਹਦਾ ਕ੍ਰੈਡਿਟ ਬੈਲੈਂਸ ਹੈ। ਸਮਝ ਗਏ? ਮੈਂ ਹੁਣ ਇਹ ਕੈਸ਼ ਦਾ ਡੈਬਿਟ ਬੈਲੈਂਸ ਕਿਉਂ ਹੈ? ਰੀਅਲ ਅਕਾਊਂਟ 'ਤੇ ਸੁਣਿਆ, ਮੈਂ ਪੜ੍ਹਾਇਆ ਸੀ ਪਿੱਛੇ, ਤਾਂ ਉਸ ਵਿੱਚ ਡੈਬਿਟ ਸਾਈਡ ਕੀ ਸੀ ਆਪਣੀ? ਡੈਬਿਟ ਵਰਡਸ ਕਮਸ ਇਨ। ਤਾਂ ਜੇ ਮੇਰੇ ਕੋਲ, ਮੈਨੂੰ ਪਤਾ ਜੇ ਮੇਰਾ ਇੱਦਾਂ ਰੀਅਲ ਨੇਚਰ ਹੀ ਐਸਾ ਕੈਸ਼ ਦਾ, ਜਿਸ ਵਿੱਚ ਮੇਰੇ ਕੋਲ ਜ਼ਿਆਦਾਤਰ ਪੈਸਾ ਆਉਣਾ ਹੀ ਹੈ ਨਾ, ਕਿਉਂਕਿ ਮੋਸਟਲੀ ਮੇਰਾ ਬਿਜ਼ਨਸ ਦਾ ਨੇਚਰ ਦੇ ਹਿਸਾਬ ਸਿਰ ਮੈਨੇ ਚੱਲਣਾ ਹੈ, ਤਾਂ ਉਹ ਹਮੇਸ਼ਾ ਡੈਬਿਟ ਬੈਲੈਂਸ ਹੀ ਕਹਾਇਆ ਜਾਏਗਾ, ਓਕੇ। ਸੋ ਆਪਾਂ ਕੀ ਦੇਖ ਰਹੇ ਸੀ? ਆਪਾਂ ਪਰਚੇਸਿਸ ਦੇਖ ਚੁੱਕੇ ਹਾਂ। ਹੁਣ ਗੋਬਿੰਦ ਦਾ ਖਾਤਾ ਆਪਾਂ ਖੋਲ੍ਹਿਆ, ਗੋਬਿੰਦ ਕ੍ਰੈਡਿਟ ਹੋਇਆ, ਕਿਉਂਕਿ ਆਪਣੇ ਗੋਬਿੰਦ ਤੋਂ ਲਿੱਤਾ, ਗੋਬਿੰਦ ਕ੍ਰੈਡਿਟ ਹੋਇਆ, ਤਾਂ ਗੋਬਿੰਦ ਦਾ ਖਾਤਾ ਖੋਲ੍ਹ ਕੇ ਡਨ ਬਾਏ ਪਰਚੇਸਿਸ ਲਿਖ ਦਾਂਗੇ, ਠੀਕ ਹੈ। ਬਾਏ ਪਰਚੇਸਿਸ ਲਿਖ ਕੇ ਅਮਾਊਂਟ ਪਾ ਦਾਂਗੇ, ਡਨ, ਓਕੇ। ਚਲੋ ਉਸ ਤੋਂ ਬਾਅਦ ਅੱਗੇ ਦੇਖੋ, ਅਗਲੀ ਆਪਣੀ ਐਂਟਰੀ ਆਪਾਂ ਨੇ ਹੁਣ ਅੱਗੇ ਗੁड्स ਪਰਚੇਸ ਕੀਤੇ ਕੈਸ਼ 'ਤੇ। ਗੁड्स ਪਰਚੇਸ ਹੋਏ ਆਪਣੇ ਕੈਸ਼ 'ਤੇ। ਪਰਚੇਸਿਸ ਅਕਾਊਂਟ ਡੈਬਿਟ ਟੂ ਕੈਸ਼, ਤਾਂ ਮੈंने ਗੁड्स ਪਰਚੇਸ ਕੀਤੇ 7,000 ਦੇ ਕੈਸ਼ 'ਤੇ ਕੀਤੇ ਮੈंने। ਤਾਂ ਮੇਰੇ 2 ਅਕਾਊਂਟ ਪਹਿਲੇ ਖੁੱਲ੍ਹੇ ਹੀ ਹੋਏ ਆ, ਮੈਨੂੰ ਬਾਰ-ਬਾਰ ਖੋਲ੍ਹਣ ਦੀ ਲੋੜ ਨਹੀਂ। ਜਿਹੜਾ ਖਾਤਾ ਖੁੱਲ੍ਹ ਗਿਆ ਇੱਕ ਵਾਰੀ ਖੁੱਲ੍ਹ ਗਿਆ, ਉੱਚੀ ਐਂਟਰੀਆਂ ਪਾਉਣੀਆਂ ਆਪਾਂ ਨੇ। ਤਾਂ ਕੈਸ਼ ਜਿਹੜੇ ਖਾਤੇ 'ਚ ਆਪਾਂ ਕੀ ਕਰਾਂਗੇ? मैंने ਗੁड्स ਪਰਚੇਸ ਕੀਤੇ ਹੈ ਬਾਏ ਪਰਚੇਸਿਸ, ਕਿਉਂਕਿ ਕੈਸ਼ ਕ੍ਰੈਡਿਟ ਹੋਇਆ, ਤਾਂ ਕ੍ਰੈਡਿਟ ਸਾਈਡ 'ਤੇ ਜਾ ਕੇ ਜੋ ਚੀਜ਼ ਜਿਸ ਦੇ ਕਰਕੇ ਕ੍ਰੈਡਿਟ ਹੋਇਆ ਉਹ ਆਪਾਂ ਇਨਫੋਰਮੇਸ਼ਨ ਦੇ ਦਾਂਗੇ ਬਾਏ ਪਰਚੇਸਿਸ, 7,000 ਪਾ ਦਾਂਗੇ, ਡਨ, ਓਕੇ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਰਚੇਸਿਸ ਦਾ ਖਾਤਾ, ਦੇਖ ਲਓ ਤੁਸੀਂ। ਪਰਚੇਸਿਸ ਖਾਤੇ 'ਚ ਮੈंने ਇੱਕ ਉਧਾਰ 'ਤੇ ਲਿੱਤੀ ਸੀ ਗੋਬਿੰਦ ਤੋਂ, ਉਹ ਮੈਂ ਪਾਤਾ ਸੀ।
ਤੇ ਬਾਕੀ ਵੀ ਪਰਚੇਸਿਸ मैंने परचेस ਕੀਤੇ हैं, गुड्स परचेस ਕੀਤੇ हैं, टू कैश करके लिख के ਕਾਦੇ मैंने ਕਿਵੇਂ ਕੀਤੇ हैं परचेस, मैंने टू कैश ਕੀਤੇ, ਮੇਰੇ ਕੋਲ ਇਨਫੋਰਮੇਸ਼ਨ ਆ ਗਈ ਨਾ। ਹੁਣ ਮੈਨੂੰ ਇਹ ਪਤਾ ਲੱਗ ਰਿਹਾ ਹੈ ਕਿ ਮੈंने ਕਿਹੜੀ ਚੀਜ਼ ਉਧਾਰ ਤੇ ਲਿੱਤੀ ਹੈ, ਕਿਹੜੀ ਚੀਜ਼ मैंने कैश ਤੇ ਲਿੱਤੀ ਹੈ, ਕਿਹੜੇ ਗੁड्स ਮੇਰੇ ਉਧਾਰ ਤੇ ਹੈ, ਕਿਹੜੇ ਗੁड्स ਮੇਰੇ कैश ਤੇ ਹੈ। ਮੈਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਮਿਲ ਰਹੀ ਹੈ। 7000 ਤੇ मैंने गुड्स परचेस ਕੀਤੇ कैश ਤੇ। ਡਨ। ਉਸ ਤੋਂ ਬਾਅਦ ਅੱਗੇ ਦੇਖੋ, ਅੱਗੇ मैंने ਕੀਤਾ ਸੇਲ ਕੀਤੀ ਹੈ। ਹੁਣ मैंने ਕ੍ਰੈਡਿਟ ਤੇ ਸੇਲ ਕੀਤੀ ਹੈ। ਕੀ ਕੀਤੀ ਹੈ? ਕ੍ਰੈਡਿਟ ਤੇ ਸੇਲ ਕੀਤੀ ਹੈ। ਮੋਹਨ ਟੂ ਸੇਲ। ਮੈਨੂੰ ਪਤਾ ਜਦੋਂ ਮੈਂ ਕ੍ਰੈਡਿਟ ਸੇਲ ਕਰਦਾ, ਜੇ मैंने ਕੈਸ਼ ਤੇ ਕੀਤੀ ਹੁੰਦੀ ਤਾਂ ਕੈਸ਼ ਡੈਬਿਟ ਕਰ ਦਿੰਦਾ। ਮੈਨੂੰ ਪਤਾ ਹੈ ਕਿ मैंने ਕਿਸੇ ਪਰਸਨ ਨੂੰ ਮਤਲਬ ਉਧਾਰ ਤੇ ਚੀਜ਼ ਦਿੱਤੀ ਹੈ ਨਾ, ਤਾਂ ਮੇਰਾ ਪਰਸਨਲ ਅਕਾਊਂਟ ਕੀ ਕਹਿੰਦਾ? ਡੈਬਿਟ ਦਾ ਰਿਸੀਵਰ। ਸੋ ਕਿ ਡੈਬਿਟ ਦਾ ਰਿਸੀਵਰ, ਸਮਝ ਗਏ? ਡੈਬਿਟ ਦਾ ਰਿਸੀਵਰ। ਤਾਂ ਡੈਬਿਟ ਕੀ ਹੋਏਗਾ? ਮੋਹਨ ਡੈਬਿਟ ਹੋ ਜਾਏਗਾ। ਟੂ ਸੇਲ। ਡਨ। ਸੇਲ ਹਮੇਸ਼ਾ ਨੋਮੀਨਲ ਅਕਾਊਂਟ 'ਚ ਕ੍ਰੈਡਿਟ ਸਾਈਡ ਤੇ ਪੈਂਦੀ ਹੈ। ਓਕੇ, ਤਾਂ ਇਹ ਸੇਲ ਕ੍ਰੈਡਿਟ ਹੋ ਗਈ। ਤਾਂ 15000 ਨੂੰ ਸੇਲ ਦਾ ਖਾਤਾ ਖੁੱਲੇਗਾ। ਸੇਲ ਦਾ ਖਾਤਾ ਖੁੱਲਿਆ ਨਹੀਂ ਪਿਆ ਸੀ, ਹੈ ਨਾ। ਸੇਲ ਦਾ ਖਾਤਾ ਖੋਲਿਆ, ਆ ਦੇਖੋ ਸੇਲ ਦਾ ਖਾਤਾ ਖੋਲਿਆ, ਨਹੀਂ ਖੁੱਲਿਆ ਪਿਆ ਸੀ, ਮਾਫ ਕਰਨਾ। ਬਾਏ ਮੋਹਨ ਲਿਖ ਕੇ, ਕਿਉਂਕਿ ਕ੍ਰੈਡਿਟ ਸਾਈਡ ਹੋਈ ਹੈ, ਬਾਏ ਮੋਹਨ ਲਿਖ ਕੇ 15000 ਪਾਤਾ ਨਹੀਂ ਪਾਤਾ, ਹੈ ਨਾ। ਉਸ ਤੋਂ ਬਾਅਦ ਆਪਾਂ ਮੋਹਨ ਦਾ ਖਾਤਾ ਖੋਲਾਂਗੇ। ਇਹ ਮੇਰਾ ਕੀ ਹੈ? ਮੋਹਨ ਦੱਸ ਸਕਦਾ ਮੈਨੂੰ ਉਧਾਰ ਤੇ ਉਹਨੂੰ ਦਿੱਤਾ ਹੈ, ਤਾਂ ਕੀ ਹੈ ਮੇਰਾ? ਉਹ ਡੈਟਰ ਹੈ। ਤਾਂ ਇਸ ਵਿੱਚ ਮੋਹਨ ਅਕਾਊਂਟ ਖੋਲਾਂਗੇ। ਮੋਹਨ ਅਕਾਊਂਟ ਖੋਲਿਆ। ਮੋਹਨ ਅਕਾਊਂਟ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੈ। ਡਨ। ਸਮਝ ਕੇ ਮੋਹਨ ਡੈਬਿਟ ਹੋਇਆ ਤਾਂ ਡੈਬਿਟ ਸਾਈਡ ਟੂ ਸੇਲ ਪਾ ਦਾਂਗੇ। ਡਨ। ਟੂ ਸੇਲ ਪਾ ਦਾਂਗੇ 15000। ਓਕੇ, ਚਲੋ ਹੁਣ ਉਸ ਤੋਂ ਬਾਅਦ ਅਗਲੀ ਐਂਟਰੀ ਦੇਖੋ, ਲਾਸਟ ਐਂਟਰੀ, ਕੈਸ਼ ਅਕਾਊਂਟ ਡੈਬਿਟ ਟੂ ਇੰਟਰਸਟ ਅਕਾਊਂਟ। ਮੇਰੇ ਕੋਲ ਪੈਸਾ ਆਇਆ, ਕਿਵੇਂ ਆਇਆ, ਕਾਹਦੇ ਕਰਕੇ ਆਇਆ, ਕਿਹੜਾ ਰੀਜ਼ਨ ਹੈ? ਇੰਟਰਸਟ ਕਰਕੇ। ਇੰਟਰਸਟ ਕਿਉਂ ਕ੍ਰੈਡਿਟ ਹੋਇਆ? ਨੋਮੀਨਲ ਅਕਾਊਂਟ ਕੀ ਕਹਿੰਦਾ ਹੈ? ਕ੍ਰੈਡਿਟ ਆਲ ਇਨਕਮਸ ਐਂਡ ਗੇਨਸ। ਠੀਕ ਹੈ, ਇੰਟਰਸਟ ਸਾਰਾ ਕੁਝ ਸਾਡਾ ਗੇਨ ਹੀ ਹੁੰਦਾ, ਤਾਂ ਇਸ ਕਰਕੇ ਆਇਆ। ਹੁਣ ਆਪਾਂ ਇਹ ਤਾਂ ਦੱਸਣਾ ਨਾ ਜਿਹੜਾ ਗੇਨ ਹੋਇਆ ਉਹ ਕਿਸ ਨੇਚਰ 'ਚ ਹੋਇਆ। ਮੇਰੇ ਕੋਲ ਪੈਸਾ ਆਇਆ। ਇੰਟਰਸਟ ਵਿੱਚ ਤੁਹਾਨੂੰ ਕੋਈ ਐਸਾ ਥੋੜ੍ਹਾ ਕੋਈ ਤੁਹਾਨੂੰ ਗਿਫਟ ਦੇਗਾ ਨੇਚਰ ਕਿ ਆ ਲਓ ਜੀ ਤੁਹਾਡਾ ਇੰਟਰਸਟ ਗਿਫਟ। ਜ਼ਿਆਦਾਤਰ ਅੱਜ ਕੱਲ੍ਹ ਬਿਜ਼ਨਸ ਟ੍ਰਾਂਜੈਕਸ਼ਨ ਵਿੱਚ ਕੈਸ਼ ਹੀ ਨਿਕਲ ਕੇ ਸਾਹਮਣੇ ਆਉਂਦਾ। ਕੈਸ਼ ਮਿਲਿਆ ਮੈਨੂੰ ਇੰਟਰਸਟ ਦੇ ਬਿਹਾਫ 'ਤੇ, ਕਿ ਮੈਨੂੰ ਇੰਟਰਸਟ ਮਿਲਿਆ ਤਾਂ ਮਤਲਬ ਕੈਸ਼ ਹੀ ਮਿਲਿਆ, ਇਸ ਕਰਕੇ ਮੇਰਾ ਕੈਸ਼ ਡੈਬਿਟ ਹੋਇਆ। ਕਿਉਂ? ਰੀਅਲ ਅਕਾਊਂਟ ਕੀ ਕਹਿੰਦਾ? ਡੈਬਿਟ ਦ ਵਟ ਕਮਸ ਇਨ। ਸੋ ਡੈਬਿਟ ਕਰਾਂਗੇ ਕੈਸ਼ ਅਕਾਊਂਟ ਨੂੰ ਟੂ ਇੰਟਰਸਟ ਅਕਾਊਂਟ। ਇਹਦੇ ਕੈਸ਼ ਖਾਤਾ ਤਾਂ ਖੁੱਲ੍ਹਾ ਹੀ ਹੋਇਆ। ਠੀਕ ਹੈ, ਤਾਂ ਕੈਸ਼ ਮੇਰਾ ਡੈਬਿਟ ਸੀ ਟੂ ਇੰਟਰਸਟ ਅਕਾਊਂਟ, ਮਾਫ ਕਰਨਾ, ਟੂ ਇੰਟਰਸਟ ਅਕਾਊਂਟ 1000 ਪਾਤਾ। ਓਕੇ, 1000 ਪਾਤਾ। ਸੋ ਉਸ ਤੋਂ ਬਾਅਦ ਅੱਗੇ ਦੇਖੋ, ਹੁਣ ਆਪਣਾ ਹੈਗਾ ਸੀ, ਆਪਾਂ ਨੇ ਕੈਸ਼ ਲਿੱਤਾ ਸੀ ਇੰਟਰਸਟ ਦਾ ਖਾਤਾ ਖੁੱਲ੍ਹੇਗਾ। ਦੈਨ ਇੰਟਰਸਟ ਦਾ ਖਾਤਾ ਖੋਲ੍ਹ ਲਿਆ, ਆ ਦੇਖੋ। ਠੀਕ ਹੈ, ਇੰਟਰਸਟ ਕ੍ਰੈਡਿਟ ਹੋਇਆ ਸੀ। ਕ੍ਰੈਡਿਟ ਸਾਈਡ ਜਾ ਕੇ ਇਨਫੋਰਮੇਸ਼ਨ ਦੇ ਦਾਂਗੇ ਕਿ ਇਹ ਕ੍ਰੈਡਿਟ ਤੇ ਆਪਾਂ ਨੇ ਕਿਸ ਕਰਕੇ ਕ੍ਰੈਡਿਟ ਹੋਇਆ, ਕਿਉਂਕਿ ਆਪਾਂ ਨੇ ਕੈਸ਼ ਸਾਨੂੰ ਮਿਲਿਆ, ਇੰਟਰਸਟ ਦੇ ਆਧਾਰ 'ਤੇ ਸਾਨੂੰ ਕੈਸ਼ ਮਿਲਿਆ, 1000 ਪਾਤਾ। ਓਕੇ, ਚਲੋ ਹੁਣ ਇਹਨਾਂ ਨੂੰ ਸਾਰੀਆਂ ਟ੍ਰਾਂਜੈਕਸ਼ਨ ਪੈ ਗਈਆਂ। ਹੁਣ ਇਹਨੂੰ ਬੰਦ ਕਰਨਾ ਆਪਾਂ ਨੇ। ਡਨ। ਬੰਦ ਕਰਨਾ ਨਾ ਆਪਾਂ ਨੇ। ਕਿਵੇਂ ਬੰਦ ਕਰਾਂਗੇ? ਆ ਦੇਖੋ ਟੋਟਲ ਕਿਤੇ ਹੋਏ ਆ ਉਰੇ। ਪਹਿਲੇ ਤਾਂ ਆਪਾਂ ਕੈਸ਼ ਦਾ ਖਾਤਾ ਦੇਖ ਲਓ। ਡਨ। ਤੁਹਾਨੂੰ ਪਤਾ ਹੈ ਕਿ ਜਿਹੜਾ ਟੋਟਲ ਹੈ ਉਹ ਹਮੇਸ਼ਾ ਸੇਮ ਆਉਣਾ ਚਾਹੀਦਾ, 17000। ਤੁਹਾਨੂੰ ਦੇਖਣ 'ਚ ਕਿਹੜਾ ਲੱਗ ਰਿਹਾ ਕਿ ਡੈਬਿਟ ਸਾਈਡ ਵੱਡਾ, ਕ੍ਰੈਡਿਟ ਸਾਈਡ ਵੱਡਾ? ਦੱਸੋ ਮੈਨੂੰ। ਇਹ ਨਾ ਦੇਖੋ ਲੈ, ਇਹ ਤਾਂ ਆਪਾਂ ਨੇ ਬੈਲੈਂਸਿੰਗ ਕੀਤਾ ਹੈ, ਇਹਨੂੰ ਨਾ ਦੇਖੋ ਲੈ, ਫਿਲਹਾਲ ਇਹਨੂੰ ਦੇਖੋ। ਇਹ ਸਾਈਡ ਵੱਡੀ ਹੈ ਨਾ, ਕਿਹੜੀ ਸਾਈਡ ਵੱਡੀ ਹੈ? ਮੈਨੂੰ ਦੱਸ ਸਕਦਾ ਕੋਈ? ਕਿਹੜੀ ਸਾਈਡ ਵੱਡੀ ਆ ਰਹੀ ਹੈ? ਇਹ ਸਾਈਡ ਵੱਡੀ ਆ ਰਹੀ ਹੈ। ਇਸਦਾ ਮਤਲਬ ਗਲਤ ਹੈ। ਇਹਨੂੰ ਨਾਲ ਦੀ ਨਾਲ ਹੁਣ ਇਹਨੂੰ ਕੀ ਕਰਨਾ ਪਏਗਾ? ਪੈਸਾ ਪਾਉਣਾ ਪਏਗਾ, ਕਿਉਂਕਿ ਪੇਮੈਂਟਾਂ ਜ਼ਿਆਦਾ ਹੋ ਰਹੀਆਂ। 17000 ਦੀ ਪੇਮੈਂਟ ਕੀਤੀ ਹੈ, ਪੈਸਾ ਕਿੰਨਾ ਆਇਆ? ਸਿਰਫ 6000 ਆਇਆ। ਤਾਂ 11000 ਰੁਪਏ ਜਿਹੜਾ ਕੈਰੀ ਡਾਊਨ ਹੋਇਆ, ਉਹ ਹੁਣ ਕੈਰੀ ਡਾਊਨ ਹੋ ਕੇ ਆਪਾਂ ਬੈਲੈਂਸਿੰਗ ਕੀਤਾ। ਇਹਨੂੰ ਅੱਗੇ ਜਦੋਂ ਆਪਾਂ ਨੈਕਸਟ ਫਾਰਵਰਡ ਕਰਾਂਗੇ, ਇਹ ਹਮੇਸ਼ਾ ਕਿਹੜਾ ਬੈਲੈਂਸ ਬਣ ਜਾਏਗਾ? ਆਪਣਾ ਕ੍ਰੈਡਿਟ ਸਾਈਡ 'ਤੇ ਬੈਲੈਂਸ ਆ ਜਾਏਗਾ। ਠੀਕ ਹੈ, ਵੈਸੇ ਹਮੇਸ਼ਾ ਕੈਸ਼ ਮੇਰਾ ਡੈਬਿਟ ਬੈਲੈਂਸ ਹੁੰਦਾ। ਤਾਂ ਜੇ ਕ੍ਰੈਡਿਟ ਦਾ ਮਤਲਬ ਖਤਰਾ ਹੈ, ਇਸਦਾ ਮਤਲਬ ਪੇਮੈਂਟਾਂ ਜ਼ਿਆਦਾ ਹੋ ਗਈਆਂ, ਗੱਲੇ 'ਚ ਕੈਸ਼ ਘੱਟ ਹੈ। ਸਮਝ ਪਾ ਰਹੇ ਹੋ ਕਿ ਜਦੋਂ ਇਹਨੂੰ ਮੈਂ ਕੈਰੀ ਡਾਊਨ ਕਰਕੇ ਬੈਲੈਂਸਿੰਗ ਕੀਤਾ ਤਾਂ 17000 ਦਾ ਟੋਟਲ ਕਰਤਾ, ਤਾਂ ਇਹ ਅੱਗੇ ਫਾਰਵਰਡ ਹੋ ਕੇ ਕਿਸ ਸਾਈਡ ਆ ਜਾਏਗਾ? ਕ੍ਰੈਡਿਟ ਸਾਈਡ 'ਤੇ ਆ ਜਾਏਗਾ। ਮਗਰ ਐਕਚੁਅਲ ਆਉਣਾ ਕਿੱਥੇ ਜਾਣਾ ਚਾਹੀਦਾ ਸੀ? ਡੈਬਿਟ ਸਾਈਡ 'ਤੇ। ਕੈਸ਼ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਇਹ ਜਿਹੜੀਆਂ ਪੇਮੈਂਟ ਨਾਲੋਂ ਜ਼ਿਆਦਾ ਰਿਸੀਵਿੰਗ ਜ਼ਿਆਦਾ ਹੋਣੀ ਚਾਹੀਦੀ ਸੀ, ਕੈਸ਼ ਜ਼ਿਆਦਾ ਆਉਣਾ ਚਾਹੀਦਾ ਸੀ, ਇਹ ਸਾਈਡ ਜ਼ਿਆਦਾ ਹੋਣੀ ਚਾਹੀਦੀ ਸੀ, ਜਿਹੜੀ ਡੈਬਿਟ ਸਾਈਡ ਹੈ। ਮਗਰ ਉਰੇ ਕ੍ਰੈਡਿਟ ਸਾਈਡ ਜ਼ਿਆਦਾ, ਅਤੇ ਇਸਦਾ ਮਤਲਬ ਉਹਨੂੰ ਖਤਰਾ ਹੋਣਾ। ਉਸ ਤੋਂ ਬਾਅਦ ਸੇਲ ਦਾ ਵੀ ਦੇਖੋ ਤੁਸੀਂ। ਸੇਲ ਦਾ ਕੁਛ ਨਹੀਂ ਕਰਨਾ ਕਿ 2 ਸੇਲ ਹੋਈਆਂ ਮੇਰੇ 16000 ਦੀਆਂ। ਠੀਕ ਹੈ, ਹਰ ਇੱਕ 16000 ਦੀਆਂ। ਤਾਂ ਉਰੇ ਮੈਂ ਕੈਰੀ ਡਾਊਨ ਕਰਕੇ ਬੈਲੈਂਸਿੰਗ ਕਰ ਦਾਂਗਾ, ਉਰੇ ਲਿਖ ਕੇ 16000 ਟੋਟਲ ਕਰ ਦਾਂਗਾ 16000। ਇਹ ਮੇਰਾ ਅੱਗੇ ਫਾਰਵਰਡ ਹੋ ਕੇ ਇਸ ਸਾਈਡ ਕ੍ਰੈਡਿਟ ਸਾਈਡ ਦਾ ਬੈਲੈਂਸ ਮਿਲ ਜਾਏਗਾ, ਕਿਉਂਕਿ ਸੇਲ ਹਮੇਸ਼ਾ ਕ੍ਰੈਡਿਟ ਬੈਲੈਂਸ ਹੀ ਦਿਖਾਉਂਦਾ। ਸੇਲ ਹਮੇਸ਼ਾ ਕ੍ਰੈਡਿਟ ਬੈਲੈਂਸ ਹੀ ਦਿਖਾਉਂਦਾ। ਤਾਂ ਉਰੇ ਲਿਖ ਦਾਂਗਾ ਕਿ ਬਾਏ ਬੈਲੈਂਸਿੰਗ ਫਾਰਵਰਡ। ਠੀਕ ਹੈ, ਡਨ। ਤਾਂ ਉਰੇ ਮੇਰਾ ਜਿਹੜਾ 20000 ਰੁਪਇਆ ਉਰੇ ਮੇਰਾ ਫਾਰਵਰਡ ਹੋ ਜਾਏਗਾ, ਯਾਨੀ ਕ੍ਰੈਡਿਟ ਬੈਲੈਂਸ ਹੋ ਜਾਏਗਾ। ਉਸ ਤੋਂ ਬਾਅਦ ਫਰਨੀਚਰ ਦੇਖੋ। ਫਰਨੀਚਰ ਤੁਸੀਂ ਦੇਖ ਰਹੇ ਹੋ ਕਿ ਸਿਰਫ ਇੱਕੋ ਹੀ ਟ੍ਰਾਂਜੈਕਸ਼ਨ ਹੋਈ ਹੈ ਫਰਨੀਚਰ ਦੀ। ਤਾਂ 10000 ਰੁਪਇਆ ਮੇਰਾ ਕੈਸ਼ 'ਤੇ ਆਇਆ। ਤਾਂ ਇਹਨੂੰ ਬੈਲੈਂਸਿੰਗ ਟੋਟਲ ਕਰਾਂਗਾ। ਟੋਟਲ ਕਰਨ ਵਾਸਤੇ ਮੈਨੂੰ ਕੀ ਕਰਨਾ ਪਏਗਾ? ਕ੍ਰੈਡਿਟ ਸਾਈਡ 'ਤੇ ਇਹਨੂੰ ਕੈਰੀ ਡਾਊਨ ਕਰਨਾ ਪਏਗਾ ਬੈਲੈਂਸਿੰਗ। ਪੂਰੇ 10000 ਰੁਪਏ ਪਾਉਣਾ ਪੈਣਾ। ਤਾਂ ਜਦੋਂ ਇਹਨੂੰ ਮੈਂ ਟੋਟਲ ਕਰਕੇ ਇਹ ਅਮਾਊਂਟ ਅੱਗੇ ਜਾ ਕੇ ਡੈਬਿਟ ਸਾਈਡ 'ਤੇ ਆ ਜਾਏਗੀ, ਕਿਉਂਕਿ ਮੇਰਾ ਫਰਨੀਚਰ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਸਮਝ ਗਏ?
ਸੋ ਇਹ ਸਾਈਕਲ ਚੱਲਦਾ ਜਾਂਦਾ। ਇਵੇਂ ਪਰਚੇਸਿਸ ਹੈ, ਪਰਚੇਸਿਸ ਤੁਸੀਂ ਦੇਖ ਸਕਦੇ ਹੋ, ਇਹ ਇਸ ਤਰੀਕੇ ਨਾਲ ਪਰਚੇਸਿਸ ਹੋਣੇ ਨੇ। ਜਿਵੇਂ ਸਪੋਜ਼ ਕਰੋ ਪਰਚੇਸਿਸ ਮੇਰੇ ਹੋਏ ਨੇ 12,000 ਦੇ, ਇਹਦਾ ਟੋਟਲ ਕੀਤਾ ਮੈंने, ਤੇ ਉਰੇ ਮੈਨੂੰ ਬੈਲੈਂਸਿੰਗ ਲਿਖਣਾ ਪੈਣਾ, ਕੈਰੀ ਡਾਊਨ ਲਿਖ ਕੇ 12,000 ਲਿਖ ਦਾਂਗਾ, ਤੇ ਉਰੇ 12,000 ਟੋਟਲ ਹੋ ਜਾਏਗਾ। मैंने टोटल ਸਾਮ ਦਿਖਾਣਾ ਦੈਨ ਇਹ ਫਿਰ ਮੇਰਾ ਅੱਗੇ ਫਾਰਵਰਡ ਹੋ ਜਾਏਗਾ। ਠੀਕ ਹੈ, ਅਗਲੇ ਸਾਲ ਲਈ ਜੇ ਅਗਲੇ ਸਾਲ ਦਾ ਟ੍ਰਾਂਜੈਕਸ਼ਨ ਜਾ ਰਹੀ ਹੈ ਤਾਂ ਅਗਲੇ ਸਾਲ ਹੀ ਹੋ ਜਾਏਗਾ, ਫਾਰਵਰਡ ਹੋ ਜਾਏਗਾ। ਤਾਂ ਮੇਰਾ ਇਹ 12,000 ਰੁਪਇਆ ਮੇਰਾ ਬੈਲੈਂਸਿੰਗ ਖੜ ਗਿਆ ਕਿ ਮੈंने 12,000 ਦੀ ਪਰਚੇਸਿਸ ਕੀਤੀ। ਇਹ ਵੀ ਮੇਰਾ ਡੈਬਿਟ ਬੈਲੈਂਸ ਹੁੰਦਾ ਹਮੇਸ਼ਾ, ਕਿਉਂਕਿ ਤੁਸੀਂ ਜੇ ਰੀਅਲ ਅਕਾਊਂਟ ਪੜ੍ਹਿਆ, ਨੋਮੀਨਲ ਅਕਾਊਂਟ ਪੜ੍ਹਿਆ, ਕੀ ਨਾਮ ਹੈ ਆਪਣਾ, ਪਰਸਨਲ ਅਕਾਊਂਟ ਪੜ੍ਹਿਆ, ਉਸ 'ਚ ਤੁਹਾਨੂੰ ਸਮਝ ਆ ਜਾਏਗਾ। ਗੋਬਿੰਦ ਅਕਾਊਂਟ, ਠੀਕ ਹੈ, ਗੋਬਿੰਦ ਅਕਾਊਂਟ ਤੁਹਾਨੂੰ ਪਤਾ ਹੀ ਹੈ। ਠੀਕ ਹੈ, ਮੈंने ਪਰ ਉਧਾਰ 'ਤੇ ਚੀਜ਼ਾਂ ਲਿੱਤੀਆਂ, ਤਾਂ ਮੈਨੂੰ ਪਤਾ ਕ੍ਰੈਡਿਟ ਸਾਈਡ 'ਤੇ ਆਏਗਾ 5,000 ਰੁਪਇਆ, ਇਹਨੂੰ ਮੈਂ ਟੋਟਲ ਕਰਨਾ, ਤਾਂ ਉਰੇ ਟੋਟਲ ਕਰਨ ਲਈ ਮੈਨੂੰ ਉਰੇ ਕੈਰੀ ਡਾਊਨ ਕਰਨਾ ਪੈਣਾ। ਠੀਕ ਹੈ, ਬੈਲੈਂਸਿੰਗ ਕਰਨ ਲਈ, ਬੈਲੈਂਸਿੰਗ ਕਰਨ ਲਈ ਆਪਾਂ ਉਰੇ ਇਵੇਂ ਲਿਖਦੇ ਹਾਂ ਕੈਰੀ ਡਾਊਨ, ਤਾਂ ਬਸ 5,000 ਕਰਕੇ ਇਹਨੂੰ ਅੱਗੇ ਫਾਰਵਰਡ ਬੈਲੈਂਸ ਆ ਜਾਏਗਾ ਮੇਰਾ ਕਿ ਗੋਬਿੰਦ ਦਾ ਮੇਰਾ ਕ੍ਰੈਡਿਟ ਬੈਲੈਂਸ ਖੜਾ ਹੈ, ਤਾਂ ਮੈਨੂੰ ਇਹ ਪੇਮੈਂਟ ਕਰਨੀ ਹੀ ਪੈਣੀ ਹੈ। ਮੋਹਨ ਅਕਾਊਂਟ, ਠੀਕ ਹੈ, ਇਹ ਮੇਰਾ ਡੈਟਰ ਹੈ ਜਿਹਨੇ ਮੈਨੂੰ ਪੈਸਾ ਵਾਪਸ ਕਰਨਾ ਹੈ, ਦੈਨ ਤਾਂ ਡੈਟਰ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ, ਨਾ ਕਿ ਕ੍ਰੈਡਿਟ ਬੈਲੈਂਸ ਹੁੰਦਾ। ਟੂ ਸੇਲ ਅਕਾਊਂਟ ਤਾਂ 15,000 ਪਾਤਾ, ਠੀਕ ਹੈ, ਮਗਰ ਇਹਨੂੰ ਟੋਟਲ ਕਰਨਾ ਕ੍ਰੈਡਿਟ ਸਾਈਡ ਨਾਲ, ਕਿਉਂਕਿ ਮੈਨੂੰ ਪਤਾ ਡੈਬਿਟ ਅਤੇ ਕ੍ਰੈਡਿਟ ਦਾ ਟੋਟਲ ਸੇਮ ਆਉਣਾ ਚਾਹੀਦਾ, ਤਾਂ ਉਹਦੀ ਬੈਲੈਂਸਿੰਗ ਫਿਗਰਿੰਗ ਕਰਾਂਗੇ, ਕੈਰੀ ਡਾਊਨ 15,000 ਡਨ। ਤਾਂ ਫਿਰ ਜਦੋਂ ਟੋਟਲ ਕਰਕੇ ਇਹ ਅੱਗੇ ਜਾ ਕੇ ਫਾਰਵਰਡ ਹੋ ਜਾਏਗਾ, ਤਾਂ ਇਹ 15,000 ਰੁਪਏ ਮੇਰਾ ਡੈਬਿਟ ਬੈਲੈਂਸ ਹੋ ਜਾਏਗਾ। ਇਹੀ ਬੈਲੈਂਸਿੰਗ ਅੱਗੇ ਜਾ ਕੇ ਟ੍ਰਾਇਲ ਬੈਲੈਂਸ ਜਿਹੜੇ ਮਤਲਬ ਨੇਚਰ ਦੇ ਹੁੰਦੇ ਆ, ਜਿਹੜੇ ਡੈਬਿਟ ਬੈਲੈਂਸ ਹੁੰਦੇ ਉਹ ਡੈਬਿਟ ਸਾਈਡ ਚਲੇ ਜਾਂਦੇ ਆ, ਜਿਹੜੇ ਕ੍ਰੈਡਿਟ ਸਾਈਡ ਦੇ ਹੁੰਦੇ ਉਹ ਕ੍ਰੈਡਿਟ ਸਾਈਡ ਚਲੇ ਜਾਂਦੇ ਆ। ਇਸੇ ਤਰੀਕੇ ਨਾਲ ਇੰਟਰਸਟ ਅਕਾਊਂਟ, ਇੰਟਰਸਟ ਅਕਾਊਂਟ ਤੁਸੀਂ ਦੇਖ ਲਓ, ਇਹ 1000 ਰੁਪਏ ਸਿਰ ਇੱਕੋ ਹੀ ਐਂਟਰੀ ਹੈ ਦੀ, ਤਾਂ ਉਹਦੇ ਮੈਂ ਟੋਟਲ ਕਰਾਂਗਾ 1000 ਰੁਪਇਆ। ਮੈਨੂੰ ਟੋਟਲ ਕਰਨ ਲਈ ਕੀ ਕਰਨਾ ਹੋਏਗਾ, ਕੈਰੀ ਡਾਊਨ ਤਾਂ 1000 ਰੁਪਇਆ, ਅਤੇ ਅੱਗੇ ਜਾ ਕੇ ਫਾਰਵਰਡ ਹੋ ਜਾਏਗਾ, ਅਤੇ 1000 ਰੁਪਇਆ ਮੇਰਾ ਕ੍ਰੈਡਿਟ ਬੈਲੈਂਸ ਮਿਲ ਜਾਏਗਾ ਮੈਨੂੰ। ਕਿਉਂ? ਕਿਉਂਕਿ ਇੰਟਰਸਟ ਹਮੇਸ਼ਾ ਮੇਰਾ ਨੋਮੀਨਲ ਅਕਾਊਂਟ ਦਾ ਕ੍ਰੈਡਿਟ ਸਾਈਡ ਵਾਲੀ ਨੇਚਰ ਦਾ ਹੁੰਦਾ, ਕਿਉਂਕਿ ਕ੍ਰੈਡਿਟ ਆਲ ਇਨਕਮਸ ਐਂਡ ਗੇਨਸ। ਸਮਝ ਗਏ? ਰਿਕੋਲ ਹੋ ਗਿਆ? ਸਮਝ ਗਏ ਨਾ ਕਿ ਕਹਿਣਾ ਕੀ ਚਾਹਿਆ ਮੈंने? ਇਹ ਤੁਹਾਨੂੰ ਮੈਂ ਕਿਉਂ ਕਰਾ ਰਿਹਾ, ਮੈਂ ਕਿਉਂ ਕਰਾਉਣਾ, ਕੀ ਮਤਲਬ ਇਹ ਬੇਸਿਕ ਹੈ, ਇਹ ਕਰਾਉਣਾ ਜ਼ਰੂਰੀ ਹੈ। ਅੜ ਨਾ ਜਾਓ ਕਿੱਥੋਂ, ਇਹ ਟ੍ਰਾਂਜੈਕਸ਼ਨ ਦੇਖੋ ਧਿਆਨ ਨਾਲ। ਡਨ। ਸੋ ਥੈਂਕ ਯੂ ਵੈਰੀ ਮਚ। ਸੋ ਆਈ ਥਿੰਕ ਕੱਲ੍ਹ ਦੀਵਾਲੀ ਹੈ, ਤਾਂ ਪਰਸੋਂ ਲਈ ਤਿਆਰ ਰਹੋ। ਪਰਸੋਂ ਤੁਹਾਨੂੰ ਮੈਂ 50 MCQs ਤੁਹਾਨੂੰ ਕਰਾਉਣੇ ਨੇ, ਤਾਂ ਪਲੀਜ਼ ਤਿਆਰ ਰਹਿਣਾ, ਅਤੇ ਪ੍ਰੋਪਰ ਤਿਆਰੀ ਕਰਾਂਗੇ ਆਪਾਂ, ਪੂਰਾ ਪ੍ਰੈਕਟਿਸ ਕਰਾਂਗੇ। ਥੈਂਕ ਯੂ।